ਸਤਨਾਮ ਵਾਹਿਗੁਰੂ ਸਾਹਿਬ ਜੀ। ਨਰੂ ਮਰੈ ਨਰ ਕਾਮ ਨ ਆਵੈ, ਪਸੂ ਮਰੈ ਦਸ ਕਾਜ ਸਵਾਰੈ। ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ। हाड जरे जैसे लकड़ी का तूला, केस जरे जैसे घास का पूला। कहो कबीर तब ही नर जागै, जम का दंड मूंड मह लागै। मन रे छाडो परम, प्रगट होए नाचो। या माया के डांडे, सूर के सन्मुख रन ते डर पै। सती के सांचे पांडे, डगमग छाडरे मन बौरा। अब तो जरै मरै सिद्ध पाईऐ, लीनो हाथ सिंदौरा। काम क्रोध माया के लीने, या विद जगत बिगूता। कह कबीर राजा राम ना छोड़ो, सगल ऊच ते ऊचा। सतनाम वाहिगुरु साहिब जी। फरीदा गोर निमाणी सड करे, निखरिया कर आओ। सरपुर मैथै आवणा, मरण हो ना डरिया। इन्नी लोएणी देख दिया, केती चल गई। फरीदा लोकां आपो अपनी, मैं अपनी पई। आप सवार ही मैं मिलहे, मैं मिलया सुख होए। फरीदा जे तू मेरा होए रहे, सब जग तेरा होए। कंधे उत्ते रुखड़ा, किचर को बन्नै तीर। फरीदा कच्चे भांडे रखीए, किचर ताई नीर। फरीदा महल ने सखण रह गए, वासा आया तल। गोरां से निमाणिया
ਬਹਿਸਨ ਰੂਹਾਂ ਮਲ। ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤ ਸੰਗਤ ਰੂਪ ਵਿੱਚ ਸਾਧਨਾ ਕਰਦਿਆਂ ਹੋਇਆਂ ਸ਼ਬਦ ਦੇ ਅਭਿਆਸ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਨਿਰਮਲ ਸ਼੍ਰੇਸ਼ਟ ਯਤਨ ਕਰ ਰਹੇ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਤਿਨਾਂ ਦੇ ਪਾਵਨ ਸਲੋਕਾਂ ਦੀ ਆਪ ਜੀ ਲੜੀਵਾਰ ਵਿਚਾਰ ਸ਼ਰਵਣ ਕਰਕੇ ਗਿਆਨ ਰੂਪ ਲਾਹਾ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਗੋਰ ਨਿਮਾਣੀ ਛੱਡ ਕਰੇ ਨਿਕਹਰਿਆ ਘਰ ਆਓ। ਬਾਬਾ ਸ਼ੇਖ ਫਰੀਦ ਸਾਹਿਬ ਜੀ ਲੜੀਵਾਰ ਸਲੋਕਾਂ ਦੇ ਅੰਤਰਗਤ ਅੱਜ ਦੇ ਇਸ ਪਾਵਨ ਸਲੋਕ ਵਿੱਚ ਬਖਸ਼ਿਸ਼ ਕਰਕੇ ਨਵਾਜਦੇ ਹਨ। ਫਰੀਦਾ ਗੋਰ ਨਿਮਾਣੀ ਛੱਡ ਕਰੇ ਨਿਕਰਿਆ ਘਰ ਆਓ। ਬਾਬਾ ਫਰੀਦ ਸਾਹਿਬ ਜੀ ਮਨੁੱਖੀ ਸੁਭਾਅ ਦੇ ਵਿੱਚ ਜਦੋਂ ਅਚੇਤਪੁਣਾ ਸ਼ਾਮਲ ਹੋ ਜਾਂਦਾ ਹੈ ਅਤੇ ਮਨੁੱਖ ਦੀ ਸਮਝ ਮਨੁੱਖ ਦੀ ਦ੍ਰਿਸ਼ਟੀ ਦਿਸਦੇ ਹੋਏ ਜਗਤ ਨੂੰ ਕਿਸੇ ਹੋਰ ਪੱਖ ਤੋਂ ਕਿਸੇ ਹੋਰ ਨਜ਼ਰੀਏ ਤੋਂ ਦੇਖ ਕੇ ਹੰਢਾਉਣ ਲੱਗ ਪੈਂਦੀ ਹੈ, ਤਾਂ ਉਸ ਦ੍ਰਿਸ਼ਟੀ ਦੇ ਵਿੱਚ ਗਿਆਨ ਦੀ ਜਗ੍ਹਾ ਅਗਿਆਨ ਸ਼ਾਮਲ ਹੋ ਜਾਂਦਾ ਹੈ, ਸੱਚ ਦੀ ਜਗ੍ਹਾ ਭਰਮ ਸ਼ਾਮਲ ਹੋ ਜਾਂਦਾ ਹੈ। ਜੋ ਜੀਵਨ ਦਾ ਸੱਚ ਹੈ ਉਹਦੇ ਤੋਂ ਬੰਦੇ ਦਾ ਕਿਨਾਰਾ ਹੋ ਜਾਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਜੀਵਨ ਦੇ ਅੰਦਰ ਜੋ ਅਚੇਤਪੁਣਾ ਚੱਲ ਰਿਹਾ ਹੈ, ਅਚੇਤ ਦਾ ਭਾਵ ਹੈ ਕਿ ਸੱਚ ਦੀਆਂ ਜਿਤਨੀਆਂ ਅਸਲੀਅਤਾਂ ਅੱਖਾਂ ਦੇ ਸਾਹਮਣੇ ਚੱਲ ਰਹੀਆਂ ਨੇ ਉਹ ਸਾਰੀਆਂ ਕਰਮ ਦੇ ਵਿੱਚ ਤਬਦੀਲ ਨਹੀਂ ਹੋ ਰਹੀਆਂ। ਬਾਬਾ ਫਰੀਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਫਿਰ ਇਸ ਅਚੇਤ ਮਨੁੱਖ ਦੀ ਅਚੇਤਗੀ ਨੂੰ ਗਫਲਤ ਨੂੰ ਤੋੜਨ ਦੇ ਲਈ ਇੱਕ ਉਹਨਾਂ ਨੇ ਅਨੁਭਵ ਰੱਖਿਆ ਹੈ। ਫਰੀਦਾ ਗੋਰ ਨਿਮਾਣੀ ਛੱਡ ਕਰੇ। ਆਖਦੇ ਹਨ ਕਿ ਜੀਵਨ ਦੀਆਂ ਜਿਵੇਂ ਤੇਰੀਆਂ ਸਾਰੀਆਂ ਥਾਵਾਂ ਨਿਸ਼ਚਿਤ ਨੇ, ਤੇਰੇ ਬੈਠਣ ਉੱਠਣ ਦੀਆਂ ਰਹਿਣ ਦੀਆਂ ਵਿਚਰਨ ਦੀਆਂ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੱਕ ਥਾਂ ਤੇਰੀ ਇੰਜ ਵੀ ਨਿਸ਼ਚਿਤ ਹੈ, ਉਹ ਹੈ ਗੋਰ। ਗੋਰ ਦਾ ਭਾਵ ਹੁੰਦਾ ਕਬਰ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਵੀ ਤੇਰੀ ਨਿਸ਼ਚਿਤ ਹੈ ਔਰ ਇਹ ਇਕੱਲੀ ਸਾਇਲੈਂਟ ਨਹੀਂ ਹੈ। ਜਿਹੜੀ ਕਬਰ ਹੈ ਤੈਨੂੰ ਲੱਗਦਾ ਕਿ ਅਜੇ ਤੱਕ ਮੈਂ ਕਬਰ ਤੱਕ ਨਹੀਂ ਗਿਆ, ਜਾਂ ਕਬਰ ਤੋਂ ਕੋਈ ਕਿਸੇ ਤਰ੍ਹਾਂ ਦੀ ਸੱਦ ਨਹੀਂ ਪਈ, ਜਾਂ ਕਬਰ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਹੁੰਦੀ, ਅਤੇ ਸ਼ਾਇਦ ਇਹ ਸਾਇਲੈਂਟ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਹੀਂ, ਅਸਲ ਦੇ ਵਿੱਚ ਸੱਡ ਕਰੇ, ਉਹ ਤੈਨੂੰ ਰੋਜ਼ਾਨਾ ਸੱਦ ਦਿੰਦੀ ਹੈ, ਰੋਜ਼ਾਨਾ ਇੱਕ ਆਵਾਜ਼ ਦਿੰਦੀ ਹੈ, ਨਿਕਰਿਆ ਘਰ ਆਓ। ਕਿ ਜਿਸ ਨੂੰ ਵਰਤਮਾਨ ਸਮੇਂ ਦੇ ਵਿੱਚ ਆਪਣਾ ਸਦੀਵੀ ਘਰ ਮੰਨ ਰਿਹਾ ਹੈ ਉਹ ਸਦੀਵ ਨਹੀਂ ਹੈ। ਭਾਵ ਕਿ ਹੁਣ ਤਾਂ ਇਹ ਹੈ ਕਿ 50-100 ਵਰ੍ਹੇ ਦੀ ਆਜੂ ਹੈ ਜਿਹੜੀ ਇਸ ਘਰ ਦੇ ਵਿੱਚ ਬਤੀਤ ਕਰੇਗਾ, ਅਤੇ ਉਸ ਤੋਂ ਬਾਅਦ ਦੇਹ ਦਾ ਇਤਨਾ ਲੰਬਾ ਜੀਵਨ ਹੈ, ਔਰ ਉਸ ਤੋਂ ਬਾਅਦ ਐਸੇ ਰੂਪ ਜਿਹੜਾ ਪਰਿਵਾਰ ਸੰਭਾਲੇਗਾ ਵੀ ਨਹੀਂ, ਉਹਦੀ ਸੰਭਾਲ ਕਰਨ ਵਾਲੀ ਥਾਂ ਕੇਵਲ ਕਬਰ ਬਣੇਗੀ। ਇਸ ਕਰਕੇ ਤੇਰਾ ਅਸਲ ਘਰ ਕਬਰ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਬਰ ਰੋਜ਼ਾਨਾ ਆਵਾਜ਼ ਦਿੰਦੀ ਹੈ
ਕਿੰਨੇ ਘਰਿਆਂ ਘਰ ਆਓ, ਕਿ ਘਰ ਆਓ ਭਾਵ ਕਿ ਇੱਥੇ ਆ ਕੇ ਸਦੀਵ ਤੌਰ 'ਤੇ ਟਿਕੋ। ਸਰ ਪਰ ਮੈਥੈ ਆਵਣਾ ਮਰਨਹੁ ਨਾ ਡਰਿਆ ਹੋ। ਅਤੇ ਇਸ ਗੱਲ ਦਾ ਜੀਵਨ ਦੇ ਵਿੱਚੋਂ ਭਰਮ ਕੱਢ ਦਿਓ ਕਿ ਬਾਕੀ ਆਏ ਹਨ, ਸ਼ਾਇਦ ਅਸੀਂ ਨਹੀਂ ਆਉਣਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ ਆ ਕਬਰ ਦਾ ਆਵਾਜ਼ ਹੈ ਕਿ ਮੈਥੈ ਆਵਣਾ, ਮੇਰੇ ਕੋਲ ਆਉਣਾ ਹੀ ਪੈਂਦਾ ਹੈ ਹਰ ਕਿਸੇ ਨੂੰ। ਇਸ ਕਰਕੇ ਮਰਨਹੁ ਨਾ ਡਰਿਆਓ, ਮਰਨ ਦਾ ਡਰ ਕੋਈ ਮਨ ਦੇ ਅੰਦਰ ਨਾ ਰੱਖੋ। ਹੁਣ ਇਸ ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਦਰਅਸਲ ਜਿਨ੍ਹਾਂ ਨੇ ਜੀਵਨ ਦੇ ਵਿੱਚ ਪਹਿਲਾਂ ਗਿਆਨ ਅਰਜਿਤ ਕੀਤਾ ਹੈ, ਗਿਆਨ ਅਰਜਿਤ ਦਾ ਮਤਲਬ ਹੈ ਕਿ ਕਿਸੇ ਵਰਤਾਰੇ ਦੇ ਨਾਲ ਚੱਲ ਰਹੇ ਨੇ। ਜਿਵੇਂ ਭਗਤੀ ਕਰਮ ਹੈ, ਭਾਵੇਂ ਭਗਤੀ ਕਰਮ ਨੂੰ ਪੂਰੀ ਸੰਜੀਦਗੀ ਨਾਲ ਨਿਭਾ ਰਹੇ ਨੇ, ਪੂਰੀ ਨਿਰੰਤਰਤਾ ਹੈ, ਪਰ ਫਿਰ ਵੀ ਉਹਦੇ ਨਾਲ ਜਿਉਂਦਿਆਂ ਜਿਉਂਦਿਆਂ ਸੱਚ ਅਸਲੀਅਤ ਨੂੰ ਵੀ ਬਿਲਕੁਲ ਆਪਣੇ ਨਾਲ ਰੱਖਣਾ, ਇਹ ਬਹੁਤ ਘੱਟ ਇਨਸਾਨ ਹੁੰਦੇ ਨੇ। ਜਿਵੇਂ ਕੁਦਰਤੀ ਅਸੀਂ ਆਪਣੇ ਜੀਵਨ ਆਰਜਾ ਦੀ ਗੱਲ ਕਰ ਲਈਏ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੌਤ ਦਾ ਸਮਾਂ ਅਨਿਸ਼ਚਿਤ ਹੈ। ਕਿਸ ਅਵਸਥਾ 'ਤੇ ਕਿਵੇਂ ਵਾਪਰੇਗਾ ਇਹਦੇ ਬਾਰੇ ਕੋਈ ਨਹੀਂ ਜਾਣ ਸਕਦਾ, ਉੱਤਮ ਪੁਰਖਾਂ ਤੋਂ, ਅਨੁਭਵੀ ਪੁਰਖਾਂ ਤੋਂ ਇਲਾਵਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਸਾਰਾ ਕੁਝ ਅਨਿਸ਼ਚਿਤ ਹੁੰਦਾ ਹੈ ਤਾਂ ਫਿਰ ਬੰਦਾ ਅਨਿਸ਼ਚਿਤ ਹੋਣ ਦੇ ਨਾਲ ਨਾਲ ਇਹਨੂੰ ਸੱਚ ਰੂਪ 'ਚ ਨਹੀਂ, ਇਹਨੂੰ ਭਰਮ ਰੂਪ ਦੇ ਵਿੱਚ ਹੰਡਾਉਂਦਾ। ਜਿਵੇਂ ਕਿਸੇ ਦਾ ਵੀ ਜਨਮ ਹੋਇਆ ਹੈ, ਅਸੀਂ ਉਹਦੇ ਸੰਬੰਧ ਦੇ ਵਿੱਚ ਮੌਤ ਦੀ ਕਲਪਨਾ ਨਹੀਂ ਕਰਦੇ। ਬੱਚੇ ਦੇ ਜਵਾਨੀ ਅਵਸਥਾ ਦੀ, ਜਵਾਨੀ ਵਾਲੇ ਦੀ ਗ੍ਰਸਤ ਦੀ ਬੁਢਾਪੇ ਵਾਲੀ ਦੀ, ਅਤੇ ਬੁਢਾਪੇ ਵਾਲੇ ਦੀ ਵੀ ਕਹਿੰਦੇ ਆ ਕਿ ਥੋੜ੍ਹੀ 20-25 ਸਾਲ ਲੰਬੀ ਆਜੂ ਹੋ ਹੀ ਜਾਵੇ। ਬਜ਼ੁਰਗਾਂ ਦੀ ਛਾਂ ਬੜਾ ਲੰਮਾ ਸਮਾਂ ਚਾਹੀਦੀ ਹੁੰਦੀ ਹੈ। ਹਰ ਇੱਕ ਤਲ 'ਤੇ ਬੰਦਾ ਅੱਗੇ ਹੀ ਵਧਿਆ ਚੱਲਿਆ ਜਾ ਰਿਹਾ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਭਾਵੇਂ ਇਹਨੂੰ ਜਿਵੇਂ ਮਰਜ਼ੀ ਚਲਾਈ ਜਾਓ, ਜੀਵਨ ਦੀ ਅਵਸਥਾ ਦਾ ਕਿਤੇ ਤਾਂ ਜਾ ਕੇ ਜਿਹੜਾ ਹੈ ਬਿਲਕੁਲ ਉਹ ਰੁਕ ਜਾਏਗੀ। ਇਸ ਕਰਕੇ ਗੌਰ ਨਿਮਾਣੀ ਦਾ ਭਾਵ ਇਹ ਹੈ ਕਿ ਜਦੋਂ ਸਾਡੀ ਸੁਰਤ ਗਿਆਨ ਦੀ ਦੁਪੱਖਤਾ ਨੂੰ ਹੰਡਾਉਣ ਤੋਂ ਬਾਂਝ ਹੋ ਜਾਂਦੀ ਹੈ, ਉਦੋਂ ਸਾਡੇ ਅੰਦਰ ਗਿਆਨ ਨਹੀਂ ਰਹਿੰਦਾ। ਇਹਨੂੰ ਦੁਪੱਖਤਾ ਦਾ ਮਤਲਬ ਹੁੰਦਾ ਹੈ ਕਿ ਇੱਕ ਪਾਸੇ ਸਾਹ ਲੈ ਰਿਹਾ ਹੈ, ਉਹਦੇ ਨਾਲ ਜੀਵਨ ਦਾ ਜੋ ਵੀ ਆਪਣਾ ਭਾਵ ਮਾਣ ਰਿਹਾ ਹੈ, ਪਰ ਦੂਜੇ ਪਾਸੇ ਉਸ ਸਵਾਸ ਦੇ ਘਟਣ ਦੇ ਨਾਲ ਜਿਹੜਾ ਜੀਵਨ ਦਾ ਸੱਚ ਹੈ ਕਿ ਜੀਵਨ ਸਮਾਪਤ ਵੀ ਹੋ ਰਿਹਾ, ਇਹਨੂੰ ਇਕੱਠਾ ਹੀ ਜਿਉਣਾ। ਹੁਣ ਕੁਦਰਤੀ ਕਈ ਮਨੁੱਖ ਕਹਿਣਗੇ ਜੀ ਜਨਮ ਦੀ ਗੱਲ ਹੋ ਰਹੀ ਹੈ, ਮੌਤ ਦੀ ਗੱਲ ਕਰਨੀ ਵੱਧ ਸ਼ਗਨੀ ਹੈ, ਐਸਾ ਕਹਿਣਗੇ, ਬਹੁਤ ਵਾਰੀ ਵਾਕ ਸੁਣਨ ਨੂੰ ਮਿਲਦਾ ਹੈ। ਤਾਂ ਕੁਦਰਤੀ ਸਾਨੂੰ ਅਕਾਲ ਪੁਰਖ ਨੇ ਐਡਾ ਵੱਡਾ ਨੇਮ ਪਾਇਆ ਹੈ। ਇੱਕ ਸਵਾਸ ਲੈਣ ਦੇ ਨਾਲ ਅਸੀਂ ਜੀਵਤ ਹੁੰਦੇ ਹਾਂ, ਉਸੇ ਸਵਾਸ ਲੈਣ ਦੇ ਨਾਲ ਸਾਡੀ ਜੀਵਨ ਆਰਜਾ ਘਟਦੀ ਹੈ। ਉਸੇ ਤਰ੍ਹਾਂ ਸੂਰਜ ਦੇ ਚੜ੍ਹਨ ਨਾਲ ਦਿਨ ਉਜਾਲਾ ਹੁੰਦਾ ਹੈ, ਜਿਉਂ-ਜਿਉਂ ਵੱਧਦਾ ਜਾਂਦਾ ਉਹ ਘਟਦਾ ਵੀ ਜਾਂਦਾ ਹੈ। ਜੀਵਨ ਦੇ ਵਿੱਚ ਕੁਦਰਤ ਦਾ ਨੇਮ ਦੇਖੋ ਤੇ ਹਰੇਕ ਨੇਮ ਉਹਦੇ ਦੋਵੇਂ ਪੱਖ ਜੁੜੇ ਹੋਏ ਨੇ। ਇੱਕ ਪਾਸੇ ਉਹ ਵੱਧ ਰਿਹਾ, ਦੂਜੇ ਪਾਸੇ ਉਹ ਘਟ ਰਿਹਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਸੁਰਤ ਗਿਆਨ ਦੇ ਦੁਪੱਖਤਾ ਨੂੰ ਹੰਡਾਉਣ ਤੋਂ ਬਾਝ ਹੋ ਜਾਂਦੀ ਹੈ ਅਤੇ ਉਹ ਆਪਣੇ ਜੀਵਨ ਦੇ ਸਾਹਮਣੇ ਭਰਮ ਦੀ ਜਿਹੜੀਆਂ ਕੰਧਾਂ ਨੇ ਉਹਨੂੰ ਖੜਾ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹ ਕਿਵੇਂ ਕਰਦੀ ਹੈ? ਕਦੇ ਉਹ ਜੀਵਨ ਦੀ ਲੰਬੀ ਆਰਜ਼ੂ ਦੀ ਆਸ ਬਣਾਉਂਦੀ ਹੈ। ਫਿਰ ਜਦੋਂ ਆਸ ਬਣਾਉਂਦੀ ਹੈ, ਪਹਿਲਾਂ ਇੱਕ ਨੁਕਤਾ ਕਿ ਉਹ ਜੀਵਨ ਦੀ ਲੰਬੀ ਆਸ ਬਣਾਉਂਦੀ ਹੈ। ਦੂਜਾ, ਉਹ ਜੀਵਨ ਦੇ ਵਿੱਚ ਜਿਹੜੀਆਂ ਅਸਲੀਅਤਾਂ ਉਹਨੂੰ ਸੱਚ ਦੇ ਨਿਕਟ ਲਿਜਾਣ ਵਾਲੀਆਂ ਹੁੰਦੀਆਂ ਹਨ, ਉਹਨਾਂ ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੰਦੇ। ਮੈਂ ਆਪਣੇ ਜੀਵਨ ਦੇ ਵਿੱਚ ਐਸੇ ਪੁਰਖ ਦੇਖੇ ਹਨ ਜਿਹੜੇ ਜ਼ਿੰਦਗੀ ਵਿੱਚ ਸਿਰਫ ਟੋਟਲ ਜ਼ਿੰਦਗੀ ਦੇ ਵਿੱਚ 1 ਤੋਂ 2 ਵਾਰੀ ਕਬਰ ਦੇ ਵਿੱਚ ਸ਼ਮਸ਼ਾਨ ਘਾਟ 'ਚ ਗਏ। ਕਾਰਨ ਕੀ? ਬੜੇ ਭੈਦਾਇਕ ਹਨ। ਫਿਰ ਉਹ ਉਸ ਦੀਆਂ ਅਸਲੀਅਤਾਂ ਤੋਂ ਦੂਰੀ ਵੀ ਬਣਾਉਂਦੇ ਹਨ। ਫਿਰ ਉਸ ਤੋਂ ਇਲਾਵਾ ਜੀਵਨ ਦੇ ਵਿੱਚ ਇੱਕ ਗਹਿਰਾ ਭਰਮ ਇਹ ਸਥਿਤ ਕਰਦੇ ਹਨ ਕਿ ਦੂਜੇ ਦਾ ਜੀਵਨ ਬਿਨਸਰਿਆ ਹੈ, ਸਾਡਾ ਨਹੀਂ। ਇਸ ਕਰਕੇ ਉਹ ਬਿਲਕੁਲ ਅਗਿਆਨੀ ਹੋ ਜਾਂਦੇ ਹਨ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਗੌਰ ਨਿਮਾਣੀ, ਗੌਰ ਦੇ ਕੋਲੋਂ ਕੋਈ ਖਿੱਚ ਨਹੀਂ ਹੈ। ਹੁਣ ਬਾਬਾ ਫਰੀਦ ਕੁਦਰਤੀ ਆਪ ਜੀ ਨੂੰ ਜੇ ਖਿਆਲ ਹੋਵੇ, ਕਿਉਂਕਿ ਸਮਾਂ ਬੜਾ ਤਬਦੀਲ ਹੋ ਗਿਆ ਹੈ, ਸਥਿਤੀਆਂ ਬੜੀਆਂ ਬਦਲ ਗਈਆਂ ਨੇ। ਪਹਿਲਾਂ ਆਮ ਤੌਰ 'ਤੇ ਜਿਹੜੇ, ਕਿਉਂਕਿ ਇਹ ਆਬਾਦੀ ਜਿਹੜੀ ਸੀ ਮੁਸਲਮਾਨ ਆਬਾਦੀ ਪੰਜਾਬ ਭਾਰਤ ਦੇ ਵਿੱਚ ਕਾਫੀ ਹੁੰਦੀ ਸੀ, ਤਾਂ ਕੁਦਰਤੀ ਜਿਹੜੇ ਕਬਰਸਤਾਨ ਸਨ ਉਹ ਦੇਖਣ ਨੂੰ ਮਿਲ ਜਾਂਦੇ ਸਨ, ਕਿਉਂਕਿ ਉਹਨਾਂ ਦੇ ਵਿੱਚ ਦਫਨਾਇਆ ਜਾਂਦਾ ਹੈ। ਤਾਂ ਰੋਜ਼ਾਨਾ ਕੋਈ ਮਨੁੱਖ ਨੇੜਿਓਂ ਲੰਘਦਾ ਸੀ ਅਤੇ ਲੋਕ ਅਚੇਤ ਹੋ ਕੇ ਲੰਘਦੇ ਸਨ। ਤਾਂ ਬਾਬਾ ਫਰੀਦ ਸਾਹਿਬ ਜੀ ਵਰਗੇ ਜਾਗੇ ਪੁਰਖ ਆਖਦੇ ਹਨ ਕਿ ਇਹ ਕੇਵਲ ਇੰਜ ਨਹੀਂ, ਨਿਰਜਿੰਦ ਨਹੀਂ ਪਈ ਹੋਈ, ਇਹ ਰੋਜ਼ਾਨਾ ਆਵਾਜ਼ ਦੇ ਰਹੀ ਹੈ। ਹੁਣ ਮਨੁੱਖ ਪੁੱਛੇਗਾ
ਕਿ ਇਹ ਆਵਾਜ਼ ਦੂਜਿਆਂ ਨੂੰ ਕਿਉਂ ਨਹੀਂ ਸੁਣਾਈ ਦਿੰਦੀ। ਜ਼ਿਕਰ ਕੀਤਾ ਹੈ ਕਿ ਜਿਨ੍ਹਾਂ ਕੋਲ ਜੀਵਨ ਦੀ ਸੱਚ ਅਸਲੀਅਤ ਦਾ ਦੁਪੱਖੀ ਗਿਆਨ ਨਹੀਂ ਹੈ, ਉਹਨਾਂ ਨੂੰ ਇਹ ਸੱਦ ਸੁਣਾਈ ਨਹੀਂ ਦਿੰਦੀ, ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੀ ਤੋਰ ਨੂੰ ਗੌਰ ਤੋਂ ਵੱਖਰਾ ਹੋ ਕੇ ਮੰਨਿਆ। ਇਸ ਕਰਕੇ ਬਾਣੀ ਵਿੱਚ ਚੇਤੰਨ ਕੀਤਾ ਹੈ, ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਛੱਡ ਕਰੇ ਇਹ ਰੋਜ਼ਾਨਾ ਆਵਾਜ਼ ਦਿੰਦੀ ਹੈ। ਮਹਾਤਮਾ ਬੁੱਧ ਜਦੋਂ ਕਿਸੇ ਨੂੰ ਭਿਕਸ਼ੂ ਰੂਪ ਦੇ ਵਿੱਚ ਦੀਖਿਆ ਦੇਣੀ ਹੁੰਦੀ ਸੀ ਤਾਂ ਉਹ ਕੁਝ ਮਹੀਨੇ ਉਹਨੂੰ ਸ਼ਮਸ਼ਾਨ ਘਾਟ ਦਾ ਨਿਵਾਸ ਰੱਖਣ ਦੇ ਲਈ ਆਖਦੇ ਸਨ। ਇੱਕ ਦਫਾ ਉਹਨਾਂ ਦੇ ਕਿਸੇ ਭਿਕਸ਼ੂ ਨੇ ਜਦੋਂ ਉਹਨੂੰ ਕਿਹਾ ਕਿ ਕੁਝ ਮਹੀਨੇ ਕਬਰ ਦੇ ਵਿੱਚ ਨਿਵਾਸ ਕਰ, ਤਾਂ ਉਹ ਕਹਿਣ ਲੱਗਾ ਜੀ ਇਹਦਾ ਕਾਰਨ ਪਹਿਲਾਂ ਮੈਨੂੰ ਦੱਸਿਆ ਜਾਵੇ, ਫਿਰ ਮੈਂ ਨਿਵਾਸ ਕਰਾਂਗਾ। ਤਾਂ ਮਹਾਤਮਾ ਬੁੱਧ ਕਹਿਣ ਲੱਗੇ ਕਿ ਜੀਵਨ ਦੀਆਂ ਬਾਕੀ ਅਸਲੀਅਤਾਂ ਤੂੰ ਬੜੇ ਨੇੜਿਓਂ ਹੰਡਾਈਆਂ ਨੇ। ਮੋਹ ਦੀ ਜਿਹੜੀ ਸਥਿਤੀ ਹੈ ਉਹਨੂੰ ਬੜਾ ਨੇੜਿਓਂ ਹੰਡਾਇਆ, ਮਾਤਾ ਪਿਤਾ ਕੋਲੋਂ ਮਿਲਿਆ, ਭੈਣ ਭਰਾਵਾਂ ਕੋਲੋਂ ਮਿਲਿਆ, ਹੋਰ ਬੜਿਆਂ ਕੋਲੋਂ ਮਿਲਿਆ। ਜੀਵਨ ਦੇ ਵਿੱਚ ਜਿਹੜੀਆਂ ਆਪਣੀਆਂ ਬੇਪਰਵਾਹੀ ਦੇ ਜਿਹੜੇ ਕਰਮ ਨੇ, ਜਿਹੜੀਆਂ ਕਿਰਿਆਵਾਂ ਨੇ, ਉਹਨਾਂ ਨੂੰ ਬੜਾ ਖੁੱਲ੍ਹ ਕੇ ਕੀਤਾ ਹੈ ਬਚਪਨ ਦੇ ਵਿੱਚ, ਨੌਜਵਾਨੀ ਦੇ ਵਿੱਚ, ਅਤੇ ਗੰਭੀਰਤਾ ਦਾ ਕਰਮ ਕੋਈ ਖਾਸ ਕੀਤਾ ਨਹੀਂ। ਦੂਜਾ ਜੀਵਨ ਦੀ ਜਿਹੜਾ ਹੁਣ ਜਿਉਂ ਰਹੇ ਆ ਉਹਦੇ ਨਾਲ ਕਈ ਤਰ੍ਹਾਂ ਦੇ ਭਰਮ ਬਣੇ ਹੋਏ ਹਨ ਕਿ ਲੰਬਾ ਜੀਵਨ ਹੋਏਗਾ, ਸੁੱਖਮਈ ਜੀਵਨ ਹੋਏਗਾ, ਵਕਾਰੀ ਜੀਵਨ ਹੋਣਾ ਚਾਹੀਦਾ ਹੈ। ਤਾਂ ਮਹਾਤਮਾ ਬੁੱਧ ਕਹਿਣ ਲੱਗੇ ਜਦੋਂ ਕਬਰ ਦਾ ਨਿਵਾਸ ਹੋਏਗਾ, ਜਿਤਨਾ ਸਮਾਂ ਤੈਨੂੰ ਕਿਹਾ ਹੈ, ਤਾਂ ਰੋਜ਼ਾਨਾ ਉਹ ਜਿਹੜਾ ਦ੍ਰਿਸ਼ ਦੇਖਣਾ ਹੈ, ਉਸ ਦ੍ਰਿਸ਼ ਦੀ ਗਹਿਰਾਈ ਤੇਰੇ ਅੰਦਰ ਦੇ ਵਿੱਚ ਇੱਕ ਗੰਭੀਰਤਾ ਅਤੇ ਇੱਕ ਠੋਸ ਪੁਣਾ ਪੈਦਾ ਕਰੇਗੀ ਕਿ ਤੂੰ ਸੱਚ ਨੂੰ ਮੰਨਣ ਦੇ ਲਈ ਥੋੜ੍ਹਾ ਬਹੁਤਾ ਤਿਆਰ ਹੋ ਜਾਏਗਾ। ਜਦੋਂ ਤੂੰ ਆਪਣੀ ਨਾਸ਼ਵਾਨਤਾ ਨੂੰ ਜਾਣੇਗਾ ਤਾਂ ਹੀ ਤੈਨੂੰ ਆਪਣੀ ਅਮੋਲਕਤਾ ਦੀ ਕਦਰ ਹੋਏਗੀ। ਜਿੰਨਾ ਚਿਰ ਨਾਸ਼ਵਾਨਤਾ ਦਾ, ਹੁਣ ਜਿਵੇਂ ਕੁਦਰਤੀ ਹੈ, ਕਿਸੇ ਮਨੁੱਖ ਨੂੰ ਨਿਸ਼ਚਿਤ ਕਰ ਦਈਏ ਕਿ ਕੱਲ੍ਹ ਤੇਰਾ ਮ੍ਰਿਤੂ ਕਾਲ ਹੈ। ਕਿਸੇ ਨੂੰ ਜਿਵੇਂ ਕਈ ਵਾਰੀ ਮੈਂ ਦੇਖਿਆ ਹੋਇਆ, ਡਾਕਟਰ ਘੋਸ਼ਿਤ ਕਰ ਦਿੰਦੇ ਨੇ ਕਿ ਸਾਡੀ ਜਾਚੇ, ਸਾਡੇ ਅਧਿਐਨ ਮੁਤਾਬਕ, ਖੋਜ ਮੁਤਾਬਕ ਇਹ ਕੋਈ 10-12 ਦਿਨ ਦਾ ਜਿਹੜਾ ਸਮਾਂ ਹੈ ਬਤੀਤ ਕਰ ਸਕੇਗਾ। ਅਤੇ ਮੈਂ ਕੁਦਰਤੀ ਦੇਖਿਆ ਜਿਨ੍ਹਾਂ ਦੇ ਨਾਲ ਕਦੇ ਜੀਵਨ 'ਚ ਦੁਰਭਾਗਵਸ਼ ਐਸੀ ਸਥਿਤੀ ਬਣ ਗਈ, ਉਸ ਬੰਦੇ ਦਾ ਤਾਂ ਚਲੋ ਜੋ ਹੋਣਾ ਹੈ, ਪਰਿਵਾਰ ਨੂੰ ਵੀ ਉਤਨੇ ਦਿਨ ਖਾਣ ਪੀਣ ਦੀ, ਵਿਚਰਨ ਦੀ, ਸੌਣ ਉੱਠਣ ਬੈਠਣ ਦੀ ਸੁੱਧ ਭੁੱਲੀ ਰਹਿੰਦੀ ਹੈ। ਕੁਝ ਜ਼ਿੰਦਗੀ 'ਚ 2-3 ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖੀਆਂ ਨੇ। ਤਾਂ ਹੁਣ ਪਤਾ ਕੀ, ਇੱਕ ਪਤਾ ਲੱਗ ਗਿਆ ਕਿ ਮੌਤ ਦੀ ਨਾਸ਼ਵਾਨਤਾ ਅਜੇ ਕੋਈ ਨਿਸ਼ਚਿਤ ਨਹੀਂ ਹੈ। ਡਾਕਟਰ ਦੀ ਵਿੱਦਿਆ ਦੇ ਕਰਕੇ ਉਹਦੇ 'ਤੇ ਯਕੀਨ ਕੀਤਾ ਕਿ 10-12 ਦਿਨ ਦਾ ਜੀਵਨ ਰਹਿ ਗਿਆ ਹੈ, ਅਤੇ ਨਾਸ਼ਵਾਨਤਾ ਨੂੰ ਜਾਣਨ ਤੋਂ ਬਾਅਦ ਉਹ ਜਿੰਨੇ ਕੁ ਦਿਨ ਬਚਦੇ ਨੇ, ਜੀਵਨ ਪੂਰੀ ਤਰ੍ਹਾਂ ਉਪਰਾਮ ਹੋ ਜਾਂਦਾ ਹੈ। ਅਤੇ ਮਹਾਤਮਾ ਬੁੱਧ ਕਹਿਣ ਲੱਗੇ ਜਿੰਨਾ ਚਿਰ ਤੂੰ ਆਪਣੀ ਨਾਸ਼ਵਾਨਤਾ ਨੂੰ ਗਹਿਰਾ ਦੇਖ ਕੇ ਪੂਰਾ ਆਪਣੇ ਅੰਦਰ ਉਤਾਰ ਨਹੀਂ ਲੈਂਦਾ, ਜੀਵਨ ਦੀ ਅਮੋਲਕਤਾ ਦਾ ਤੈਨੂੰ ਕਦੇ ਗਿਆਨ ਨਹੀਂ ਹੋਏਗਾ। ਇਸ ਕਰਕੇ ਨਾਸ਼ਵਾਨਤਾ ਦਾ ਪਰਸਪੈਕਟਿਵ ਤੇਰੀ ਬੁੱਧੀ ਵਿੱਚ ਬਣੇ ਤਾਂ ਤੈਨੂੰ ਕਬਰ ਦੇ ਵਿੱਚ। ਕਹਿਣ ਲੱਗੇ ਦੂਜਾ ਭਾਵ ਇਹਦਾ ਇਹ ਹੈ ਕਿ ਜਿਹੜੀ ਦੇਹ ਦੇ ਨਾਲ ਤੇਰਾ ਕਾਇਆ ਬੰਧਨ ਬਣਨਾ। ਜੀਵਨ ਦੇ ਵਿੱਚ ਨਾ ਸਾਰੇ ਬੰਧਨ ਤੋੜ ਲੈਂਦਾ ਹੈ, ਅਤੇ ਮਨੁੱਖ ਕੋਲੋਂ ਕਾਇਆ ਦਾ ਬੰਧਨ ਨਹੀਂ ਟੁੱਟਦਾ। ਬਹੁਤ ਘੱਟ ਮਨੁੱਖ ਨੇ, ਕੋਈ 100 ਦੇ ਵਿੱਚੋਂ ਇੱਕ ਅੱਧ, ਜਿਵੇਂ ਮਤਲਬ ਕੁਦਰਤੀ ਬੰਦੇ ਦੇ ਵਿਪਤਾ ਬਣੇ ਨਾ, ਪਹਿਲਾ ਮਨੁੱਖ ਕਹੇਗਾ ਮੈਂ ਮਾਤਾ ਪਿਤਾ ਨੂੰ ਬਚਾ ਲਵਾਂ, ਜਦੋਂ ਪਤਾ ਹੈ ਕਿ ਬਾਅਦ ਦੇ ਵਿੱਚ ਲਾਸਟ ਦੇ ਵਿੱਚ ਕਹੇਗਾ ਬਾਕੀ ਸਾਰਾ ਕੁਝ ਚੱਲ ਜੇ, ਮੇਰਾ ਤਨ ਬਚ ਜਾਏ, ਮੇਰਾ ਜੀਵਨ ਬਚ ਜਾਏ। ਤਾਂ ਫਿਰ ਮਹਾਤਮਾ ਬੁੱਧ ਕਹਿਣ ਲੱਗੇ ਕਾਇਆ ਦਾ ਬੰਧਨ ਤੋੜਨ ਦੇ ਲਈ ਜਦੋਂ ਹਰ ਤਰ੍ਹਾਂ ਦੀ ਬਾਡੀ ਜਲਦੀ ਹੋਈ ਦੇਖੇਗਾ ਤਾਂ ਤੈਨੂੰ ਪਤਾ ਲੱਗੇਗਾ ਕਿ ਜੀਵਨ ਦਾ ਅਸਲ ਅਸਤਿਤਵ ਰਾਖ ਹੋਣਾ ਹੈ, ਅਤੇ ਰਾਖ ਹੋਣ ਤੋਂ ਪਹਿਲਾਂ ਜਿਹੜੀ ਕੋਈ ਪਵਿੱਤਰਤਾ, ਮੌਲਿਕਤਾ ਹੈ, ਉਹ ਤੇਰੀ ਆਤਮਾ ਦਾ ਜੀਵਨ ਹੈ। ਜੇ ਉਹਦੀ ਪਛਾਣ ਕਰਨ ਦੇ ਲਈ ਤੈਨੂੰ ਤਨ ਦੀ ਕ੍ਰੀਮੇਸ਼ਨ ਦੇਖਣੀ ਪਏਗੀ, ਔਰ ਬੜੀ ਗਹਿਰੀ ਦੇਖਣੀ ਪਏਗੀ। ਹੁਣ ਕੁਦਰਤੀ ਹੈ, ਅਸੀਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਾਡੀਆਂ ਗਲਤ ਚੱਲ ਰਹੀਆਂ ਨੇ, ਜਿਵੇਂ ਅਸੀਂ ਸਾਡੀਆਂ ਅੰਤਮ ਕਿਰਿਆਵਾਂ ਨੇ ਉਹਨਾਂ ਦੇ ਵਿੱਚ ਵੀ ਕਾਹਲ ਹੈ। ਤਾਂ ਬਾਬਾ ਫਰੀਦ ਮਹਾਤਮਾ ਬੁੱਧ ਕਹਿਣ ਲੱਗੇ ਕਿ ਦੂਜਾ ਇਹ, ਤੀਜਾ ਇਹ ਹੈ ਕਿ ਜਦੋਂ ਤੂੰ ਉੱਥੇ ਸੰਸਾਰ ਦੇਖੇਂਗਾ, ਮੌਤ ਦੀ ਦਹਲੀਜ਼ 'ਤੇ ਖੜ੍ਹਾ ਹੋਇਆ ਸੰਸਾਰ ਦਾ ਕਹਿੰਦੇ ਹਾਲਤ ਦੇਖੇਂਗਾ, ਫਿਰ ਤੈਨੂੰ ਪਤਾ ਲੱਗੇਗਾ ਕਿ ਦੁਨੀਆ ਕਿੰਨੀ ਗਫਲਤ ਚੱਲ ਰਹੀ ਹੈ। 2 ਕਾਰਨ ਪਹਿਲਾਂ ਗਿਣਾਏ। ਪਹਿਲਾ ਕਿ ਉਸ ਤੋਂ ਪਹਿਲਾਂ ਕਿ ਤੈਨੂੰ ਨਾਸ਼ਵਾਨਤਾ ਦਾ ਪੂਰਾ ਅਹਿਸਾਸ ਹੋ ਜਾਏ। ਦੂਜਾ ਹੈ ਕਿ ਤੈਨੂੰ ਆਪਣੇ ਜੀਵਨ ਦੀ ਕਾਇਆ ਦਾ ਜਿਹੜਾ ਮੋਹ ਬੰਧਨ ਹੈ ਇਹ ਟੁੱਟਣ ਦਾ ਤੇਰੇ ਅੰਦਰ ਅਹਿਸਾਸ ਪੈਦਾ ਹੋਵੇ। ਤੀਜਾ ਇਹ ਹੈ ਕਿ ਕਬਰ ਦੇ ਵਿੱਚ ਜਿਹੜੀ ਗਫਲਤ ਚੱਲ ਰਹੀ ਹੈ, ਭਾਵ ਕਿ ਸ਼ਮਸ਼ਾਨ ਵਿੱਚ ਘਾਟ ਵਿੱਚ ਖਲੋ ਕੇ ਜਿਹੜਾ ਦੁਨੀਆ ਦੀ ਸੰਸਾਰੀ ਕਿਸਮ ਦਾ ਰੌਲਾ ਗੋਲਾ ਚੱਲ ਰਿਹਾ, ਜਦੋਂ ਤੂੰ ਇਹਨੂੰ ਸੁਣੇਗਾ
ਤਾਂ ਤੈਨੂੰ ਪਤਾ ਲੱਗੇਗਾ ਕਿ ਸੰਸਾਰ ਦੇ ਛਲਾਵੇ ਮਨੁੱਖ ਨੂੰ ਕਿੰਨੀ ਬਰੀਕੀ ਨਾਲ ਠੱਗਦੇ ਨੇ, ਔਰ ਕਿੰਨੀ ਬਰੀਕੀ ਦੇ ਨਾਲ ਔਰ ਕਿੰਨੀ ਹੁਸ਼ਿਆਰੀ ਨਾਲ ਠੱਗਦੇ ਨੇ। ਭਾਵ ਕਿ ਉੱਥੇ ਤੇਰੀ ਕੋਈ ਕਿਰਿਆ ਦੇ ਵਿੱਚ ਥੋੜ੍ਹੀ ਦੇਰੀ ਹੋਣੀ ਹੋਵੇ ਤਾਂ ਉਹ ਥੋੜ੍ਹਾ ਆਪਣਾ ਗੱਲਬਾਤ ਕਰਨ ਦਾ ਆਰ ਜੁਟਾ ਲੈਂਦੇ ਨੇ। ਕਦੇ ਦੇਖ ਲੈਣਾ ਇਸ ਤਰ੍ਹਾਂ ਦਾ ਪਤਾ ਹੋਵੇ ਨਾ ਕਿ ਅਜੇ ਥੋੜ੍ਹਾ ਦੇਰੀ ਹੈ ਉਹ ਕਿਰਿਆ ਹੋਣ ਦੇ ਵਿੱਚ, ਤਾਂ ਆਪਣੇ ਕਿਸੇ 4-5 ਜੁੜ ਕੇ ਬੈਠ ਜਾਣਗੇ, ਆਪਣੇ ਕਿਸਮ ਦੀ ਚਰਚਾ ਸ਼ੁਰੂ ਕਰ ਦੇਣਗੇ। ਤਾਂ ਮਹਾਤਮਾ ਬੁੱਧ ਕਹਿਣ ਲੱਗੇ ਕਿ ਫਿਰ ਤੈਨੂੰ ਪਤਾ ਲੱਗੇ ਕਿ ਦੁਨੀਆ ਕਿੰਨੀ ਬਰੀਕੀ ਦੇ ਨਾਲ ਠੱਗਦੀ ਹੈ, ਕਿ ਇਹ ਤੈਨੂੰ ਤੇਰੀ ਹਾਲਤ ਦਾ ਜ਼ਿੰਮੇਵਾਰ ਸਮਝਦੀ ਹੈ, ਆਪਣਾ ਫਿਰ ਵੀ ਕੋਈ ਅਰਥ ਨਹੀਂ ਕੱਢ ਰਹੀ। ਇਹ ਸਿਰਫ ਇੰਨਾ ਸਮਝ ਰਹੀ ਹੈ ਤੂੰ ਜਲੇਂਗਾ ਜਾਂ ਤੈਨੂੰ ਜਲਾ ਦਿੱਤਾ ਜਾਣਾ ਹੈ, ਤੂੰ ਰਾਖ ਹੋਵੇਂਗਾ, ਕਈ ਕੁਝ ਹੈ, ਪਰ ਉਹਦੇ ਵਿੱਚੋਂ ਆਪਣਾ ਮੀਨਿੰਗ ਨਹੀਂ ਕੱਢੇਗੀ। ਇਸ ਕਰਕੇ ਦੁਨੀਆ ਦੀ ਸਿਰੇ ਦੀ ਗਫਲਤ ਕਬਰ ਦੇ ਵਿੱਚ, ਸ਼ਮਸ਼ਾਨ ਦੇ ਵਿੱਚ ਪਤਾ ਲੱਗਦੀ ਹੈ, ਜਿੱਥੇ ਵੀ ਉਹਨਾਂ ਦੀ ਮੋਬਾਈਲਾਂ ਦੀਆਂ ਟੂਨਾਂ ਵੱਜਦੀਆਂ ਰਹਿੰਦੀਆਂ ਨੇ। ਗਫਲਤ ਹੈ। ਤਾਂ ਬਾਬਾ ਫਰੀਦ ਮਹਾਤਮਾ ਬੁੱਧ ਕਹਿਣ ਲੱਗੇ ਇਹ 3 ਅਰਥ ਤੇਰੇ ਅੰਦਰ ਜਾਗ ਜਾਣ, ਇਸ ਕਰਕੇ ਤੈਨੂੰ ਕਬਰ ਦਾ ਵਾਸੀ ਬਣਾਉਣਾ ਹੈ। ਤਾਂ ਫਿਰ ਉਹ ਸਮਝ ਕੇ ਚਲਾ ਗਿਆ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਿਮਾਣੀ ਸ਼ਬਦ, ਨਿਮਾਣੀ ਵਰਤੇ। ਨਿਮਾਣੀ ਸ਼ਬਦ ਦਾ ਭਾਵ ਇਹ ਹੈ ਕਿ ਤੁਹਾਨੂੰ ਫਿਰ ਵੀ ਮਾਣ ਦੇਵੇਗੀ। ਆਪ ਉਹਦੇ ਅੰਦਰ ਕੋਈ ਸਮਰੱਥਾ ਨਹੀਂ ਹੈ, ਕਿਉਂਕਿ ਜ਼ਮੀਨ ਦੇ ਅੰਦਰ ਗਹਿਰਾ ਖੋਦਿਆ ਜਾਂਦਾ ਹੈ। ਉਂਝ ਸਾਨੂੰ ਲੱਗਦਾ ਇਹ ਸਾਨੂੰ ਕੀ ਦੇਵੇਗੀ, ਕਬਰ ਸਾਡਾ ਕੀ ਭਲਾ ਕਰੇਗੀ। ਪਰ ਜਦੋਂ ਬੰਦੇ ਦੇ ਅੰਦਰੋਂ ਜੋਤ ਰੂਪ ਵਿਸਰ ਜਾਂਦਾ ਹੈ, ਦੂਰ ਹੋ ਜਾਂਦਾ ਹੈ, ਤੇ ਉਹਦੇ ਤਨ ਦੀ ਜਿਹੜੀ ਹਾਲਤ ਹੈ, ਭਾਵੇਂ ਘਰ ਦੇ ਵਿੱਚ 1 ਸਾਲ ਮਸ਼ੀਨ 'ਚ ਰੱਖ ਲਵੇ ਜਾਂ ਮੰਮੀ ਬਣਾ ਕੇ ਰੱਖ ਲਵੇ। ਮੰਮੀ ਦੇਖੀ ਹੋਣੀ ਆਪ ਜੀ ਨੇ, ਜਿਹੜੇ ਰਸ਼ੀਆ ਦੇ ਲੋਕ ਨੇ ਉਹ ਮੁਰਦਿਆਂ ਨੂੰ ਬਹੁਤਿਆਂ ਨੂੰ ਫੂਕਦੇ ਨਹੀਂ, ਹਜ਼ਾਰਾਂ ਰੁਪਈਆਂ ਦੀਆਂ, ਲੱਖਾਂ ਰੁਪਈਆਂ ਦੀਆਂ ਦਵਾਈਆਂ ਲਗਾ ਕੇ ਤੇ ਉਹਨੂੰ ਰੱਖ ਛੱਡਦੇ ਨੇ, ਕਈ ਸਾਲ ਤੱਕ ਘਰੇ ਰੱਖਦੇ ਨੇ। ਜਿਵੇਂ ਲੈਲਨ ਦੀ ਮੰਮੀ ਬੜੀ ਪੁਰਾਣੀ ਹੈ, ਉਹਨੂੰ ਮੰਮੀ ਕਹਿੰਦੇ ਨੇ, ਜਿਹੜੇ ਮੁਰਦੇ ਨੂੰ ਸ਼ਿੰਗਾਰ ਕੇ ਰੱਖਿਆ ਹੋਵੇ ਉਹਨੂੰ ਸੰਸਕਾਰ ਨਹੀਂ ਕਰਦੇ। ਜੇ ਹਜ਼ਾਰਾਂ ਵਰੇ ਉਹਨੂੰ ਦੇਹ ਨੂੰ ਕੈਮੀਕਲ ਦਵਾਈਆਂ ਆਦਿਕ ਲਾ ਕੇ ਸ਼ਿੰਗਾਰ ਕੇ ਰੱਖ ਵੀ ਲਿਆ ਜਾਵੇ ਤਾਂ ਕਦੇ ਨਾ ਕਦੇ ਤਾਂ ਉਹਦਾ ਫਿਰ ਵੀ ਜਿਹੜਾ ਹੈ ਇੰਨਾ ਜ਼ਿਆਦਾ ਕਰੂਪ ਉਹਨੇ ਹੋ ਜਾਣਾ ਹੈ ਕਿ ਬਾਅਦ ਦੇ ਵਿੱਚ ਤਾਂ ਘਰੋਂ ਬਾਹਰ ਰੁਖਸਤ ਕਰਨਾ ਹੀ ਪਏਗਾ। ਉਦੋਂ ਤਾਂ ਇਹਨੂੰ ਕਬਰ ਸੰਭਾਲੇਗੀ, ਅਤੇ ਕਬਰ ਇਹਨੂੰ ਇੱਦਾਂ ਵਧੀਆ ਸੰਭਾਲੇਗੀ ਕਿ ਇਹਦੇ ਉੱਪਰ ਕੋਈ ਆਂਚ ਨਹੀਂ ਆਏਗੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਦੇ ਕੋਲੋਂ ਕੋਈ ਮਾਣ ਨਹੀਂ ਹੈ, ਉਹ ਪਰ ਤੇਰੇ ਖਤਮ ਹੋਏ ਤਨ ਨੂੰ ਵੀ ਮਾਣ ਦੇਵੇਗੀ। ਉਹਨੂੰ ਇਹੋ ਜਿਹੀ ਰੈਸਟ ਪੋਜੀਸ਼ਨ 'ਚ ਲੈ ਕੇ ਜਾਏਗੀ ਕਬਰ ਕਿ ਮੁੜ ਕੇ ਤੇਰੇ ਜੀਵਨ ਦੀ ਕੋਈ ਨਰਾਦਰੀ ਨਹੀਂ ਕਰ ਸਕੇਗਾ। ਹੁਣ ਤਨ ਸਤਾਹ ਦੇ ਉੱਪਰ ਪਿਆ ਹੋਵੇ ਨਾ, ਧਰਤੀ ਦੇ ਉੱਪਰ, ਕਾਂ ਠੁੰਗ ਸਕਦੇ ਨੇ, ਕਈ ਕੁਝ ਹੋਰ ਹੋ ਸਕਦਾ ਹੈ। ਕਬਰ ਜਿਹੜੀ ਹੈ ਬੰਦੇ ਦੀ ਦੇਹ ਨੂੰ ਮਤਲਬ ਦੇਹ ਦਾ ਜਿਹੜਾ ਵਿਨਾਸ਼ ਕਾਲ ਕਰਦੀ ਹੈ, ਉਹਨੂੰ ਬੜੇ ਸਹਿਜ ਨਾਲ ਕਰਦੀ ਹੈ। ਔਰ ਉਹਦੇ ਵਿੱਚ ਪੂਰਾ ਜਿਹੜਾ ਹੈ ਕ੍ਰੀਮੇਸ਼ਨ ਦਾ ਇੱਕ ਨੇਮ ਸ਼ਾਮਲ ਹੁੰਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸੱਡ ਕਰੇ ਨਿਘਰਿਆਂ ਘਰ ਆਓ। ਕਦੇ ਕਦੇ ਜਿਹੜਾ ਹੈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤੁਹਾਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਅਸੀਂ ਨਿਘਰੇ ਹਾਂ ਅਤੇ ਇਹ ਘਰ ਹੈ। ਇਸ ਕਰਕੇ ਸਰਪੁਰ ਮੈਥੈ ਆਵਣਾ, ਇੱਥੇ ਆਉਣਾ ਹੀ ਪਏਗਾ, ਮਰਨ ਹੋ ਨਾ ਡਰਿਆ। ਉਂਝ ਕਈ ਅਸੀਂ ਜੀਵਨ ਦੀਆਂ ਅਸਲੀਅਤਾਂ ਨਾ, ਬੜੇ ਚਿਰ ਦੀ ਇਹ ਦੁਨੀਆ ਚੱਲੀ ਹੋਈ ਹੈ, ਕਈ ਲੱਖਾਂ ਸਾਲ ਹੋ ਗਏ ਨੇ, ਹਰੇਕ ਬੰਦੇ ਕੋਲ ਬੜੇ ਅਨੁਭਵ ਨੇ। ਪਰ ਆ ਜਿਹੜੇ ਹੁਣ ਦਾ ਸਮਾਂ ਚੱਲ ਰਿਹਾ ਨਾ, ਬੜੇ ਸੂਖਮ ਜਿਹੇ ਅਨੁਭਵ ਜਿਹੜੇ ਸਾਨੂੰ ਦੇਖਣ, ਸੁਣਨ, ਸਮਝਣ ਨੂੰ ਮਿਲੇ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸਰਪੁਰ ਮੈਥੈ ਆਵਣਾ, ਕਿ ਜੀਵਨ ਦੇ ਇੰਨੇ ਭਿਅੰਕਰ ਖਤਰੇ ਕਈ ਵਾਰੀ ਮਨੁੱਖ ਦੀ ਦੇਹ ਨਾਲ ਜੁੜ ਜਾਂਦੇ ਹਨ ਕਿ ਉਹਦੀਆਂ ਜਿਹੜੀਆਂ ਅੰਤਮ ਰਸਮਾਂ ਨੇ ਉਹਨਾਂ ਤੱਕ ਵੀ ਨਹੀਂ ਪਹੁੰਚਦੇ। ਇਸ ਕਰਕੇ ਉਹ ਫਿਰ ਵੀ, ਤੂੰ ਕਿੰਨੀ ਰੋਗੀ ਹਾਲਤ 'ਚ ਮਰਿਆ, ਕਬਰ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ, ਉਹਨੇ ਤੈਨੂੰ ਸੰਭਾਲਣਾ ਹੀ ਸੰਭਾਲਣਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮਰਨ ਹੋ ਨਾ ਡਰਿਆ ਹੋ। ਇਸ ਗੱਲ ਤੋਂ ਨਹੀਂ ਘਬਰਾਉਣਾ ਚਾਹੀਦਾ। ਹੁਣ ਇਹਦਾ ਇੱਕ ਅੰਤਰੀਵ ਭਾਵ ਆਪਦੇ ਸਨਮੁਖ ਰੱਖਦਿਆਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਬਰ ਉਹਨਾਂ ਨੂੰ ਆਵਾਜ਼ ਦਿੰਦੀ ਪ੍ਰਤੀਤ ਹੁੰਦੀ ਹੈ ਜਿਹੜੇ ਗਫਲਤ ਵਿੱਚ ਚੱਲ ਰਹੇ ਹਨ, ਅਤੇ ਉਹ ਆਖਦੇ ਹਨ ਨਿਘਰਿਆਂ, ਕਿ ਤੁਸੀਂ ਪਰਮੇਸ਼ਰ ਤੋਂ ਪੈਦਾ ਹੋਏ ਹੋ, ਉਹਦੇ ਪਵਿੱਤਰ ਸਰੂਪ ਨੂੰ ਲੈ ਕੇ ਪੈਦਾ ਹੋਏ ਹੋ, ਪਰ ਵਿਕਾਰਾਂ ਦੀ ਗੁਲਾਮੀ ਹੰਡਾਉਂਦਿਆਂ ਹੋਇਆਂ ਹੁਣ ਵਾਸ਼ਨਾ ਦੇ ਕੈਦੀ ਬਣ ਕੇ ਰਹਿ ਗਏ ਹੋ, ਅਤੇ ਤੁਹਾਨੂੰ ਜੀਵਨ ਦੇ ਵਿੱਚ ਵਿਕਾਰ ਅਤੇ ਬੰਧਨ ਹੀ ਚੰਗੇ ਲੱਗਦੇ ਹਨ, ਅਤੇ ਤੁਹਾਡਾ ਆਪਣਾ ਘਰ ਤੁਹਾਡੇ ਕੋਲੋਂ ਵਿਸਰ ਗਿਆ। ਜਿੱਥੋਂ ਅਸਲ ਘਰ ਦਾ ਮਤਲਬ ਜਿੱਥੇ ਅਸੀਂ ਪੂਰੀ ਤਰ੍ਹਾਂ ਪਵਿੱਤਰ, ਨਿਰਲੇਪ, ਬੇਪਰਵਾਹ, ਨਿਰਭਉ, ਨਿਰਵੈਰ ਰਹਾਂਗੇ। ਤਾਂ ਕਹਿੰਦੇ ਕਬਰ ਸਾਨੂੰ ਆਵਾਜ਼ ਦੇ ਕੇ ਚੇਤਾ ਕਰਾਉਂਦੀ ਹੈ ਕਿ ਤੁਸੀਂ ਆਪਣੇ ਘਰ 'ਚ ਨਹੀਂ ਰਹਿ ਰਹੇ, ਤੁਸੀਂ ਜਿਹੜਾ ਕਿਰਾਏ ਦੇ ਘਰਾਂ ਦੇ ਵਿੱਚ ਰਹਿ ਰਹੇ ਹੋ, ਗੁਲਾਮੀ ਵਾਂਗ। ਭਾਵ ਕਿ ਦਿਨ ਦਾ ਜਿਤਨਾ ਤੁਹਾਡਾ ਵਿਵਹਾਰ ਹੈ,
ਉਹ ਸਾਰਾ ਜਿਹੜਾ ਜਾਂ ਤਾਂ ਗਫਲਤ ਵਾਲਾ ਹੈ, ਜਾਂ ਅਚੇਤਗੀ ਵਾਲਾ ਹੈ, ਜਾਂ ਵਿਸ਼ਿਆਂ ਵਿਕਾਰਾਂ ਦੀ ਭਰਮਣ ਵਾਲਾ ਹੈ। ਇਸ ਕਰਕੇ ਉਹ ਕਬਰ ਸੁਚੇਤ ਕਰਦੀ ਹੈ ਕਿ ਤੁਹਾਡਾ ਘਰ ਇਹ ਨਹੀਂ ਹੈ ਕਿ ਤੁਸੀਂ ਵਿਸ਼ਿਆਂ ਵਿਕਾਰਾਂ ਦਾ ਜੀਵਨ ਜਿਉਂ ਕਿ ਸਮਝੋ ਕਿ ਮੇਰਾ ਜੀਵਨ ਚੱਲ ਰਿਹਾ ਹੈ। ਕਹਿੰਦੇ ਉਹ ਆਖਦੀ ਘਰ ਆਓ। ਘਰ ਆਓ ਦਾ ਭਾਵ ਇਹ ਹੈ ਕਿ ਵਿਕਾਰਾਂ ਦੇ ਦੁਨੀਆ ਦੇ ਛਲਾਵੇ ਨੂੰ ਛੱਡ ਕੇ ਆਪਣੇ ਜੀਵਨ ਦੀ ਸੱਚ ਅਸਲੀਅਤ ਨਾਲ ਜੁੜੋ। ਕਿ ਬਾਣੀ ਦੇ ਵਿੱਚ ਵਾਕ ਹਨ ਗੁਰੂ ਸਾਹਿਬ ਜੀ ਦੇ, ਕਹਾਂ ਸੁਭਾਈ ਮੀਤ ਹੈ ਦੇਖ ਨੈਣ ਪਸਾਰ। ਕਿ ਇੰਨਾ ਅਸਲੀਅਤ ਹੰਡਾਉਣ ਦੇ ਬਾਵਜੂਦ ਵੀ ਇਹ ਚੇਤਗੀ ਬਣੀ ਹੈ ਤਾਂ ਕਬਰ ਆਖਦੀ ਹੈ ਘਰ ਆਓ, ਕਿਉਂਕਿ ਮੇਰੇ ਤੱਕ ਤਾਂ ਤੁਹਾਨੂੰ ਆਉਣਾ ਪੈਣਾ ਹੈ, ਪਰ ਉਸ ਤੋਂ ਪਹਿਲਾਂ ਵੀ ਤੁਹਾਡੇ ਘਰ ਆਉਣ ਦਾ ਇੱਕ ਸਫ਼ਰ ਹੈ, ਉਹ ਹੈ ਆਪਣੇ ਆਤਮ ਸਰੂਪ ਦੀ ਪਛਾਣ ਕਰਨੀ। ਜੇ ਤੁਸੀਂ ਉਹ ਕਰ ਲਓਗੇ ਤਾਂ ਕਬਰ ਦਾ ਕਹਿਣਾ ਹੈ ਕਿ ਮੇਰੇ ਕੋਲੋਂ ਆਉਣਾ ਤਾਂ ਅਟੱਲ ਹੈ, ਪਰ ਜੇ ਤੁਸੀਂ ਆਪਣੇ ਨਿੱਜ ਘਰ ਦੇ ਵਿੱਚ ਸਥਿਤ ਹੋ ਗਏ ਫਿਰ ਮਰਨੋਂ ਨਾ ਡਰਿਆਓ। ਫਿਰ ਤੁਹਾਨੂੰ ਮਰਨ ਦਾ ਡਰ ਨਹੀਂ ਲੱਗੇਗਾ, ਕਿਉਂਕਿ ਕਾਇਆ ਦਾ ਬੰਧਨ ਟੁੱਟ ਜਾਏਗਾ, ਨਾਸ਼ਵਾਨਤਾ ਦੇ ਭਾਵ ਸਮਝਣ ਆਉਣ ਆ ਜਾਣਗੇ ਅਤੇ ਜੀਵਨ ਦੀ ਸੋਝੀ ਜਾਗ ਜਾਵੇਗੀ। ਇਸ ਕਰਕੇ ਡਰ ਉਦੋਂ ਤੱਕ ਹੈ ਜਦੋਂ ਤੱਕ ਤੁਸੀਂ ਬੇਘਰੇ ਹੋ। ਹੁਣ ਕੁਦਰਤੀ ਹੈ, ਘਰ ਦੀ ਗੱਲ ਚੱਲੀ ਹੈ, ਬੰਦਾ ਜਦੋਂ ਆਪਣੇ ਘਰ ਦੇ ਵਿੱਚ ਕਿਸੇ ਵੀ ਹਾਲਤ ਵਿੱਚ ਹੋਵੇ ਨਾ ਤਾਂ ਉਹ ਮਤਲਬ ਬੇਫਿਕਰਾ ਹੁੰਦਾ, ਚਾਹੇ ਉਹ ਭੁੱਖਾ ਬੈਠਾ ਹੈ, ਨੰਗਾ ਬੈਠਾ, ਜਿਵੇਂ ਦੀ ਮਰਜ਼ੀ, ਉਹਨੂੰ ਫਿਕਰ ਨਹੀਂ। ਬਗਾਨੇ ਘਰ ਦੇ ਵਿੱਚ ਇੱਕ ਜਿਹੜੀ ਹੈ ਉਹਨੂੰ ਥੋੜ੍ਹੀ ਜਿਹੀ ਬਣੀ ਰਹਿੰਦੀ ਹੈ ਝਿਜਕ ਜੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਘਰਿਆਂ ਘਰ ਆਓ ਦਾ ਮਤਲਬ ਹੈ ਕਿ ਕਬਰ ਤੋਂ ਤੁਸੀਂ ਅੱਜ ਤਾਂ ਡਰ ਰਹੇ ਹੋ ਕਿ ਤੁਸੀਂ ਆਪਣੇ ਘਰ ਵਿੱਚ ਨਹੀਂ ਹੋ, ਭਾਵ ਕਿ ਵਿਕਾਰਾਂ ਦੀ ਗੁਲਾਮੀਅਤ ਹੰਢਾ ਰਹੇ ਹੋ। ਜਦੋਂ ਉਹ ਗੁਲਾਮੀ ਤੋਂ ਛਡਾ ਕੇ ਤੁਹਾਨੂੰ ਮੌਤ ਦੇ ਸਖਤ ਚੋਟ ਦੇ ਮਗਰ ਪਾਇਆ ਜਾਣਾ ਹੈ, ਉਦੋਂ ਗਹਿਰਾ ਡਰ ਪੈਦਾ ਹੁੰਦਾ। ਇਸ ਕਰਕੇ ਮੌਤ ਦਾ ਡਰ ਤਾਂ ਦੂਰ ਹੋਏਗਾ ਜੇ ਘਰ ਦੇ ਵਿੱਚ ਆਉਣ ਦਾ ਯਤਨ ਕਰੋਗੇ। ਇਸ ਕਰਕੇ ਬਾਣੀ ਵਿੱਚ ਵਾਕਿਆ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ, ਕਿ ਮਨ ਨੇ ਆਪਣਾ ਸੁਭਾਅ ਬਣਾਇਆ, ਕਦੇ ਕਿਸੇ ਵਿਕਾਰ ਮਗਰ ਭੱਜਣਾ, ਕਦੇ ਕਿਸੇ ਵਾਸਨਾ ਮਗਰ। ਨਿਰਲੇਪ ਹੋ ਕੇ ਇਕਾਂਤ ਸ਼ਾਂਤ ਬੈਠਣਾ ਇਹ ਮਨ ਦਾ ਸੁਭਾਅ ਨਹੀਂ ਹੈ। ਅਤੇ ਘਰ ਆਓ ਦੀ ਜੁਗਤੀ ਫਿਰ ਭਗਤੀ ਕਰਮ ਨਾਲ ਬਣਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮਰਨ ਦਾ ਡਰ ਉਦੋਂ ਖਤਮ ਹੋ ਜਾਂਦਾ ਹੈ ਜਦੋਂ ਬੰਦਾ ਆਪਣੇ ਨਿੱਜ ਸਰੂਪ ਵਿੱਚ ਸਥਿਤ ਹੋ ਜਾਵੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਕਿ ਸੰਤ ਦਾ ਜਿਹੜਾ ਜੀ ਦੁਨੀਆ ਤੋਂ ਚੱਲਣਾ ਉਹਦਾ ਘਰ ਵਿੱਚ ਜਾਣ ਵਰਗੀ ਹਾਲਤ ਹੈ। ਦੁਨੀਆਦਾਰਾਂ ਨੂੰ ਰੋਣਾ ਪੈਂਦਾ ਹੈ ਕਿਉਂਕਿ ਉਹਦੇ ਮੋਹ ਦੇ ਬੰਧਨ ਇੰਨੇ ਸਖਤ ਹੁੰਦੇ ਨੇ, ਜਾਂ ਉਹਦਾ ਜੀਵਨ ਭਟਕਿਆ ਹੋਇਆ ਇੰਨਾ ਹੁੰਦਾ ਹੈ ਕਿ ਕਬਰ ਨੇ ਉਹਦਾ ਤਨ ਤਾਂ ਖਤਮ ਕਰ ਦਿੱਤਾ, ਪਰ ਉਹਦੀਆਂ ਵਾਸਨਾਵਾਂ ਦੇ ਜਿਹੜੇ ਕਈ ਐਸੇ ਕਰਮ ਅਜੇ ਵੀ ਜੀਵਤ ਪਏ ਹਨ। ਇਸ ਕਰਕੇ ਹੁਣ ਜਿਵੇਂ ਸੰਤ ਪੁਰਖ ਚੱਲਦਾ ਧਰਤੀ ਤੋਂ, ਉਹਦੇ ਚੱਲਣ ਤੋਂ ਬਾਅਦ ਜਦੋਂ ਦੁਨੀਆ ਯਾਦ ਕਰਦੀ ਹੈ ਨਾ, ਤਾਂ ਹਰੇਕ ਦੇ ਕੋਲੋਂ ਯਾਦ ਕਰਨ ਦੇ ਲਈ ਧਰਮ ਦਾ ਹੀ ਅਰਥ ਹੁੰਦਾ। ਜਦੋਂ ਸੰਤ ਦੇ ਸੰਬੰਧ 'ਚ ਕੋਈ ਯਾਦ ਕਰਦਾ ਹੈ, ਕਦੀ ਉਹਦਾ ਕਦੀ ਕੋਈ ਯਾਦ ਕਰਦਾ ਹੈ ਕਿ ਮੈਨੂੰ ਗਿਆਨ ਦਾ ਉਪਦੇਸ਼ ਮਿਲਿਆ, ਮੈਨੂੰ ਉਹਨਾਂ ਨੇ ਸਿੱਧੇ ਮਾਰਗ 'ਤੇ ਪਾਇਆ, ਬੰਦਗੀ ਦੀ ਚੇਸ਼ਟ ਲਾਈ, ਚੇਟਕ ਲਾਈ, ਇੰਜ ਦੇ ਸਾਰੇ ਕਰਮਾਂ ਦੇ ਨਾਲ। ਪਰ ਦੁਨੀਆਦਾਰਾਂ ਨੂੰ ਯਾਦ ਕਰਨਾ ਹੋਵੇ ਤਾਂ ਕਿਵੇਂ ਕਰਦੇ ਆ? ਉਹ ਥੋੜ੍ਹਾ ਮਰਨ ਦੇ ਨੁਕਤੇ ਤੋਂ ਲਿਹਾਜ਼ ਕਰਦੇ ਨੇ, 2-3 ਦਿਨ ਤਾਂ ਨਿੰਦਿਆ ਨਹੀਂ ਕਰਦੇ, ਪਰ ਤੀਜੇ ਕੁ ਦਿਨ ਫਿਰ ਉਹਦੇ ਜੀਵਨ ਦੀ ਸਾਰੀ ਹਿਸਟਰੀ ਛੇੜ ਲੈਂਦੇ ਆ ਜਿੰਨੇ ਔਗਣ ਨੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਮਰਨ ਹੋ ਨਾ ਡਰਿਆ ਹੋ, ਕਿ ਜੇ ਮੌਤ ਦੇ ਡਰ ਨੂੰ ਤੱਜਣਾ ਹੈ ਤਾਂ ਆਪਣੇ ਨਿੱਜ ਘਰ ਦੇ ਵਿੱਚ ਸਥਿਤ ਹੋ ਜਾਵੋ। ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ। ਸਾਡਾ ਸਾਰਿਆਂ ਦਾ ਜਦੋਂ ਵੀ ਜਨਮ ਹੋਇਆ, ਕਿਸੇ ਦਾ 50 ਸਾਲ ਪਹਿਲਾਂ ਹੋਇਆ, ਕਿਸੇ ਦਾ 20 ਸਾਲ ਪਹਿਲਾਂ ਹੋਇਆ, ਉਦਣ ਦਾ ਜਿੱਥੇ ਅਸੀਂ ਰਹਿ ਰਹੇ ਹਾਂ ਆਪਣੇ ਘਰ ਵਿਖੇ ਜਾਂ ਬਾਹਰ ਵਿਖੇ, ਕਦੇ ਕਲਪਨਾ ਕਰਕੇ ਦੇਖਣਾ ਕਿੰਨਾ ਕੁਝ ਤਬਦੀਲ ਹੋਇਆ, ਕਿੰਨਾ ਕੁਝ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹਨਾਂ ਅੱਖਾਂ ਦੇ ਨਾਲ ਦੇਖਦਿਆਂ ਕੇਤੀ ਚੱਲ ਗਈ, ਬੜੇ ਚੱਲ ਗਏ ਹਨ, ਭਾਵ ਕਿ ਜਿਨ੍ਹਾਂ ਦੀਆਂ ਸ਼ਕਲਾਂ ਤੱਕ ਨਾਮ ਤੱਕ ਨਹੀਂ ਯਾਦ ਰਹੇ, ਇੰਨਾ ਚਿਰ ਉਹਨਾਂ ਚੱਲਿਆਂ ਨੂੰ ਹੋ ਗਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੇਤੀ, ਔਰ ਕੇਤੀ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ। ਬਾਣੀ ਦੇ ਸਤਿਗੁਰੂ ਸਾਹਿਬ ਜੀ ਦੇ ਵਾਕ ਹਨ, ਮ੍ਰਿਤ ਮੰਡਲ ਜਗ ਸਾਜਿਆ ਜਿਉਂ ਕਾਲ ਬਾਲੂ ਕਰ ਬਾਰ, ਬਿਨਸਤ ਬਾਰ ਨਾ ਲੱਗ ਗਈ ਜਿਉਂ ਕਾਗਦ ਬੂੰਦਾਰ। ਜਾਂ ਬਾਣੀ ਸਤਿਗੁਰੂ ਸਾਹਿਬ ਜੀ ਦੇ ਵਾਕ ਹਨ, ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾਰ। ਬਾਬਾ ਗੁਰੂ ਸਾਹਿਬ ਜੀ ਆਖਦੇ ਹਨ, ਬਾਬਾ ਫਰੀਦ ਸਾਹਿਬ ਜੀ, ਕਿ ਜਿਹੜੇ ਸਿੱਧਾਂ ਦੀ 200-400 ਵਰ੍ਹਿਆਂ ਦੀ ਆਰਜ਼ੂ ਸੀ ਉਹਨਾਂ ਨੂੰ ਵੀ ਚੱਲਣਾ ਪਿਆ।
ਜਿਹੜੇ ਪੰਡਤ ਲੋਕ, ਵਿਦਵਾਨ ਲੋਕ, ਜਿਨ੍ਹਾਂ ਦੇ ਗਿਆਨ ਦਾ ਚਾਰੇ ਪਾਸੇ ਜਿਹੜਾ ਸੀ ਗੂੰਜ ਪੈਂਦੀ ਸੀ, ਉਹਨਾਂ ਦੀਆਂ ਜਿਹੜੀਆਂ ਗਿਆਨ ਦੀਆਂ ਸੁਰਾਂ ਮੱਧਮ ਹੋ ਗਈਆਂ, ਬੰਦ ਹੋ ਗਈਆਂ, ਦੁਨੀਆ ਤੋਂ ਚਲ ਗਏ। ਜਿਹੜੇ ਭੂਮੀਪਤੀ ਜਿੱਥੋਂ ਤੱਕ ਨਜ਼ਰ ਜਾਂਦੀ ਸੀ ਆਪਣੀ ਜ਼ਮੀਨ ਹੋਣ ਦਾ ਦਾਅਵਾ ਕਰਦੇ ਸਨ, ਕਬਰ ਨੇ ਤਨ ਖਤਮ ਕਰਕੇ ਉਹਨਾਂ ਨੂੰ ਧਰਤੀ 'ਤੇ ਕੋਈ ਥਾਂ ਨਹੀਂ ਦਿੱਤਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੰਨੀ ਲੋਇਣੀ ਦੇਖਦਿਆਂ ਕਿਤੀ ਚੱਲ ਗਈ। ਕਹਿੰਦੇ ਬੜਾ ਗਹਿਰਾਈ ਦੇ ਨਾਲ ਦੇਖ ਰਿਹਾ, ਕੁਦਰਤੀ ਆ। ਅਬ ਕੋਈ ਹੁਣ ਪਿਛਲੇ ਸਮਿਆਂ ਦੇ ਵਿੱਚ, ਕਿਉਂਕਿ ਹਰ ਵਰਤਾਰਾ ਚੱਲਦਾ ਹੈ, ਅਸੀਂ ਦੁਨੀਆ 'ਚ ਇੱਕ ਵਰਤਾਰੇ ਦੀ ਗੱਲ ਨਹੀਂ ਕਰ ਸਕਦੇ। ਵਿਦਵਾਨ ਮਰ ਰਿਹਾ ਹੈ, ਗਿਆਨੀ ਇਸ ਦੁਨੀਆ ਤੋਂ ਕੂਚ ਕਰ ਰਿਹਾ ਹੈ, ਮਾਇਆਧਾਰੀ ਇਸ ਦੁਨੀਆ ਦੀ ਸਰਾਂ ਨੂੰ ਛੱਡ ਕੇ ਚੱਲ ਰਿਹਾ ਹੈ। ਦੁਨੀਆ ਦੇ ਵੱਡੇ ਹਾਕਮ, ਜਿਨ੍ਹਾਂ ਦੇ ਉਹ ਸ਼ਾਸਨ ਦੀ ਸੱਤਾ ਦੁਨੀਆ ਦੇ ਲਈ ਸਰਾਪ ਬਣ ਚੁੱਕੀ ਸੀ, ਉਹ ਕਬਰ ਦੇ ਵਾਸੀ ਹੋਏ ਪਏ ਨੇ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿਤੀ ਚੱਲ ਗਈ, ਗਿਣਤੀ ਨਹੀਂ ਕੀਤੀ ਜਾ ਸਕਦੀ। ਹੁਣ ਗੱਲ ਤਾਂ ਇਹ ਹੈ ਕਿ ਸਾਨੂੰ ਅਸਲ 'ਚ ਅਨੁਭਵ ਇਵੇਂ ਹੁੰਦਾ ਹੈ, ਸਾਨੂੰ ਜਿੰਨੇ ਦੁਨੀਆ ਤੋਂ ਕੂਚ ਕਰਦੇ ਨੇ, ਸਾਨੂੰ ਸਿਰਫ ਓਨਿਆਂ ਦਾ ਪਤਾ ਜਿੰਨਿਆਂ ਦੇ ਨਾਲ ਅਸੀਂ ਹੁਣ ਤੱਕ ਸਾਡੀ ਜਾਣਕਾਰੀ ਜਾਂ ਵਾਕਫੀਅਤ ਹੈ ਜਾਂ ਸੰਬੰਧ ਨੇ। ਪਰ ਉਸ ਤੋਂ ਇਲਾਵਾ ਦੁਨੀਆ ਦਾ ਕਿੰਨਾ ਵਹਿਣ ਚੱਲ ਰਿਹਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿਤੀ ਚੱਲ ਗਈ, ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਕਹਿੰਦੇ ਪਰ ਇਸ ਸਾਰੀ ਹਾਲਤ ਨੂੰ ਦੇਖ ਕੇ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਕਹਿੰਦੇ ਬਾਕੀਆਂ ਨੂੰ ਆਪੋ ਆਪਣੀ ਪਈ ਹੋਈ ਹੈ ਕਿ ਮੇਰਾ ਜੀਵਨ ਬਚ ਜੇ, ਮੇਰੇ ਜੀਵਨ ਦਾ ਕੁਝ ਸਮਾਂ ਵੱਧ ਜਾਏ, ਜਾਂ ਮੇਰੇ ਜਿਹੜੇ ਧੰਦੇ ਹਨ ਉਹ ਸਮੇਂ ਸਿਰ ਨਿਪਟ ਜਾਣ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਦੁਨੀਆ ਦੀ ਚੱਲਦੀ ਹੋਈ ਹਾਲਤ ਨੂੰ ਦੇਖ ਕੇ ਲੋਕਾਂ ਨੂੰ ਆਪੋ ਆਪਣੀ ਹੋਏਗੀ। ਕਿਸੇ ਨੂੰ ਹੋਊਗਾ ਕਿ ਮੈਂ ਕੁਝ ਕਾਰਜ ਕਰ ਲਵਾਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਨਾਂ ਕੋਲ ਆਪੋ ਆਪਣਾ, ਔਰ ਆਪੋ ਆਪਣਾ ਕੀ ਹੈ ਇਹਦਾ ਵੀ ਜ਼ਿਕਰ ਆਪਦੇ ਸਨਮੁਖ ਰੱਖਦਿਆਂ ਜੀਵਨ ਦੇ ਵਿੱਚ ਕਦੇ ਦੇਖਣਾ। ਮਤਲਬ ਇਹ ਬੜੀ ਮਨੁੱਖਤਾ ਦੇ ਗਫਲਤ ਹੋਣ ਦੇ ਸਿਖਰਲੇ ਨਿਸ਼ਾਨ ਹਨ। ਜਦੋਂ ਸ਼ਮਸ਼ਾਨ ਘਾਟ 'ਤੇ ਖਲੋਤੇ ਉਦੋਂ ਗੰਭੀਰ ਨਹੀਂ, ਜਦੋਂ ਬਾਣੀ ਦਾ ਪਾਠ ਸੁਣਨ ਗੁਰਦੁਆਰਾ ਆਉਣਾ ਹੈ ਅਵਲ ਤਾਂ ਆਉਣਾ ਹੀ ਨਹੀਂ, ਜੇ ਆ ਗਏ ਤਾਂ ਵੀ ਗੰਭੀਰ ਨਹੀਂ, ਅੰਤਿਮ ਅਰਦਾਸ ਹੋ ਗਈ ਤਾਂ ਵੀ ਗੰਭੀਰ ਨਹੀਂ। ਜਦੋਂ ਉਹਦੇ ਜੀਵਨ ਦੇ ਮਾੜੇ ਕਰਮਾਂ ਦਾ ਜ਼ਿਕਰ ਸੁਣ ਕੇ ਦੇਖਿਆ ਲੋਕਾਈ ਵਿੱਚ ਨਿੰਦਿਆ ਹੋਈ, ਉਦੋਂ ਵੀ ਸੁਚੇਤ ਨਹੀਂ ਹੋਏ। ਬੰਦੇ ਦੀ ਗਫਲਤ ਟੁੱਟੇਗੀ ਕਿੱਥੇ? ਅਧਿਆਤਮਿਕ ਪੁਰਖਾਂ ਨੇ ਆਖਿਆ ਕਿ ਮੌਤ ਦੀ ਗਫਲਤ ਤੋੜ ਦੇਵੇਗੀ, ਪਰ ਇਹਦੀ ਗਫਲਤ ਇੱਥੇ ਵੀ ਨਹੀਂ ਟੁੱਟਦੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਲੋਕਾਂ ਆਪੋ ਆਪਣੀ। ਮੈਂ ਦੇਖਿਆ ਕਈ ਵਾਰੀ, ਮਤਲਬ ਜਿਹੜੇ ਤੁਹਾਨੂੰ ਇਹ ਚੀਜ਼ਾਂ ਥੋੜ੍ਹੀਆਂ ਗਹਿਰਾਈ ਨਾਲ ਦੇਖਣੀਆਂ ਚਾਹੀਦੀਆਂ ਨੇ। ਅਤੇ ਜਿਵੇਂ ਕਦੇ ਸ਼ਾਮਲ ਹੋਣਗੇ ਤਾਂ ਕਈ ਵਾਰੀ ਦੇਖਿਆ ਕਈ ਸੱਜਣ ਉਸ ਪਰਿਵਾਰ ਦੇ ਨਾਲ ਬਹਿਸਦੇ ਮਿਲਣਗੇ ਕਿ ਤੁਹਾਨੂੰ ਪਤਾ ਮੈਂ ਜਲਦੀ ਨਿਕਲਣਾ, ਥੋੜ੍ਹਾ ਛੇਤੀ ਕਿਰਿਆਵਾਂ ਕਰ ਲਓ, ਇਤਨਾ ਸਮਾਂ ਲਗਾ ਰਹੇ ਹੋ। ਆਪੋ ਆਪਣੀ ਪਈ ਹੈ। ਇੱਕ ਜੀਵਨ ਦੀ ਅਸਲੀਅਤ ਸਾਹਮਣੇ ਵਾਪਰ ਰਹੀ ਹੈ ਕਿ ਤੇਰੇ ਵਾਂਗ ਆ ਭੱਜ ਦੌੜ ਕਰਨ ਵਾਲਾ ਬੰਦਾ ਜਿਹੜਾ ਰਾਤ ਪਤਾ ਨਹੀਂ 8 ਘੰਟੇ ਬਿਸਤਰੇ 'ਤੇ ਕਿਵੇਂ ਬਤੀਤ ਕਰਦਾ ਸੀ, ਸਾਰਾ ਦਿਨ ਹਲਕਾਏ ਕੁੱਕਰ ਵਾਂਗ ਭੱਜਾ ਰਹਿੰਦਾ ਸੀ, ਦੇਖ ਇਹਦੇ ਤਨ ਨੂੰ ਕਿੰਨੀ ਰੈਸਟ 'ਚ ਪਾਇਆ, ਜਰਾ ਜਿੰਨੀ ਹਰਕਤ ਨਹੀਂ ਕਰ ਰਿਹਾ। ਇਸ ਅਸਲੀਅਤ ਨੂੰ ਦੇਖਦਿਆਂ ਹੋਇਆਂ ਫਿਰ ਵੀ ਬੰਦਾ ਆਪਣੀ ਭੱਜੋ ਦੌੜੀ ਦੀ ਜਿਹੜੀ ਅਚੇਤਗੀ ਵਾਲੀ ਅਤੇ ਮੂਰਖਾਂ ਵਾਲੀ ਰੱਟ ਹੈ ਨਹੀਂ ਛੱਡਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਲੋਕਾਂ ਆਪੋ ਆਪਣੀ, ਸਾਰਿਆਂ ਕੋਲੋਂ ਆਪੋ ਆਪਣੀ ਭੱਜ ਦੌੜ ਹੈ, ਪਰ ਮੈਂ ਆਪਣੀ ਪਈ। ਮੈਂ ਆਪਣੀ ਪਈ ਦਾ ਮਤਲਬ ਹੈ, ਕਿਉਂਕਿ ਬਾਬਾ ਫਰੀਦ ਸਾਹਿਬ ਜੀ ਕਥਨ ਕਰ ਰਹੇ ਨੇ ਅਤੇ ਇਹਦਾ ਭਾਵ ਹੈ ਕਿ ਇਸ ਦ੍ਰਿਸ਼ ਨੂੰ ਦੇਖ ਕੇ ਕਿ ਇਹ ਚੱਲੀ ਜਾ ਰਹੇ ਹਨ ਅਤੇ ਸਾਨੂੰ ਸਮਝ ਆਈ ਹੈ ਸੰਗ ਚਲਤ ਹੈ ਹਮ ਪੀ ਚੱਲਣਾ, ਕਿ ਸਾਡਾ ਚੱਲਣਾ ਵੀ ਅੱਜ ਜਾਂ ਕੱਲ੍ਹ ਹੋ ਸਕਦਾ ਹੈ। ਇਸ ਕਰਕੇ ਉਹ ਯਤਨ ਕਰੀਏ ਜਿਹਦੇ ਨਾਲ ਅਸੀਂ ਘਰੇ ਨਾ ਰਹੀਏ, ਆਪਣੇ ਘਰ ਵਾਲੇ ਹੋ ਜਾਈਏ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਆਪਣੀ ਪਈ। ਜਿਵੇਂ ਭਗਤ ਕਬੀਰ ਸਾਹਿਬ ਜੀ ਆਖਦੇ ਨੇ ਏਕ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ। ਕਹਿੰਦੇ ਲੋਕਾਂ ਨੂੰ ਤਾਂ ਆਪਣੀ ਕਿਸੇ ਸੰਬੰਧੀ ਦੀ ਉਦਾਸੀ ਹੋਏਗੀ, ਕਿਸੇ ਜਾਣਕਾਰ ਦੀ ਹੋਏਗੀ, ਸਾਨੂੰ ਇਹ ਹੈ ਕਿ ਸਾਨੂੰ ਵੀ ਇੰਝ ਜਲਣਾ ਪਏਗਾ। ਇਸ ਕਰਕੇ ਉਹਨਾਂ ਨੇ ਬਾਣੀ 'ਚ ਵਾਕ ਹਨ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹੈ ਅਰ ਗਰਭ ਬਸੇਰਾ। ਕਦੇ ਜੀਵਨ ਦੇ ਵਿੱਚ ਕਲਪਨਾ, ਕਿਉਂਕਿ ਅਸੀਂ ਕਦੇ ਆਪ ਜੀ ਨੇ ਸਿੱਧਾ ਜਿਹਾ ਵਾਕ ਸੁਣਿਆ ਹੋਵੇਗਾ, ਕਈ ਮਹਾਤਮਾ ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਕਥਾ ਕਰਦੇ ਸਨ, ਉਹ ਇੱਕ ਵਾਕ ਕਹਿੰਦੇ ਹੋਏ ਸਨ, ਮੈਂ ਆਪਣੇ ਬਚਪਨ ਦੇ ਵਿੱਚ ਮੌਤ ਦੇ ਸੰਬੰਧ 'ਚ ਸੁਣੇ। ਉਹ ਇੱਕ ਵਾਰੀ ਆਖਦੇ, ਉਹਨਾਂ ਕਦੀ ਸੁਣਿਆ ਹੋਵੇ ਸ਼ਾਇਦ ਆਪ ਜੀ ਨੇ, ਕਹਿੰਦੇ ਨੇ ਕਿ ਜਦੋਂ ਬੰਦੇ ਦੇ ਪ੍ਰਾਣ ਦੇਹ ਦੇ ਵਿੱਚੋਂ ਨਿਕਲਦੇ ਨੇ ਤਾਂ
1000 ਕਹਿ ਲਓ ਸਹਿਸ ਜਿਹਨੂੰ ਕਹਿੰਦੇ ਨੇ, 1000 ਠੂਹੇ ਦੇ ਲੜਨ ਜਿੰਨੀ ਪੀੜ ਬੰਦੇ ਨੂੰ ਹੁੰਦੀ ਜਦੋਂ ਉਹਦੇ ਪ੍ਰਾਣ ਨਿਕਲਦੇ ਨੇ। ਹੁਣ ਇਸ ਗੱਲ ਦਾ ਅਨੁਭਵ ਇਕੱਲਾ ਕਹਿਣ ਮਾਤਰ ਨਹੀਂ ਹੈ, ਜਿਨ੍ਹਾਂ ਨੇ ਥੋੜ੍ਹਾ ਜਿਹਾ ਸੂਖਮ ਢੰਗ ਨਾਲ ਦੇਖਿਆ ਹੋਏਗਾ ਉਹਨਾਂ ਨੂੰ ਪਤਾ ਹੁੰਦਾ। ਹੁਣ ਇਹ ਮਨੁੱਖ ਕਹੇਗਾ ਇਤਨੀ ਪੀੜ ਕਿਉਂ ਹੈ? ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਆਪਣੀ ਪਈ ਦਾ ਮਤਲਬ ਇਹ ਹੈ, ਜੀਵਨ ਦੇ ਵਿੱਚ ਕਦੇ ਨਾ ਕਦੇ ਥੋੜ੍ਹਾ ਬਹੁਤਾ ਸੇਕ ਦੇ ਨਾਲ ਕਿਸੇ ਦਾ ਕੋਈ ਮਾੜਾ ਮੋਟਾ ਅੰਗ ਜਲ ਗਿਆ ਹੋਣਾ, ਜਾਂ ਕੁਦਰਤੀ ਕਿਸੇ ਦਾ ਦੇਖਿਆ ਹੋਣਾ। ਕਦੇ ਕਲਪਨਾ ਕਰੋ ਥੋੜ੍ਹੀ ਜਿਹੀ ਗਹਿਰਾਈ ਦੇ ਨਾਲ ਕਿ ਜੀਵਨ ਦਾ ਕੋਈ ਹਿੱਸਾ ਕਿਸੇ ਤਰ੍ਹਾਂ ਦਾ ਗਰਮ ਬਰਤਨ ਉਠਾਉਣ ਲੱਗਿਆ ਜਾਂ ਕਿਸੇ ਢੰਗ ਦੇ ਨਾਲ ਮਾੜਾ ਮੋਟਾ ਉੱਪਰਲੀ ਸਤ੍ਹਾ ਹੀ ਜਲੀ, ਬਸ ਹੇਠਾਂ ਤੱਕ ਚਮੜੀ ਨਹੀਂ ਜਲੀ, ਉੱਪਰਲੀ ਥੋੜ੍ਹਾ ਜਿਹਾ ਸੇਕ ਨਾਲ ਕੁਮਲਾ ਗਈ। ਬੰਦੇ ਦਾ 10-12 ਦਿਨ ਤੱਕ ਨਾ ਉਹ ਚੀਜ਼ ਵੱਲੋਂ ਧਿਆਨ ਨਹੀਂ ਹਟਦਾ, ਉਹਨੂੰ ਬਾਰ-ਬਾਰ ਪ੍ਰਭਾਵਿਤ ਕਰਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ ਕਿੰਨੇ ਸੇਕ ਦੇ ਵਿੱਚ ਪਈ ਹੋਈ ਦੇਹ ਜਲਦੀ ਹੈ, ਸੋ ਤਨ ਜਲੈ ਕਾਠ ਕੈ ਸੰਗਾ। ਉਸ ਸੇਕ ਦੀ, ਉਸ ਅਗਨ ਦੀ ਕਲਪਨਾ ਕਰਕੇ ਦੇਖੋ ਕਿ ਕਿੰਨਾ ਕਸ਼ਟਦਾਇਕ ਹੈ ਮੌਤ ਤੋਂ ਅਗਲਾ ਜੀਵਨ। ਤਾਂ ਕਰਕੇ ਉਹਨਾਂ ਕਿਹਾ ਮੈਂ ਆਪਣੀ ਪਈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਉਹ ਤਾਂ ਕਰਕੇ ਮੌਤ ਦੇ ਸੰਬੰਧ ਵਿੱਚ ਸੂਫੀਆਂ ਨੇ ਇੱਕ ਬੜੀ ਕਮਾਲ ਦੀ ਗੱਲ ਕਹੀ ਹੈ। ਉਹ ਆਖਦੇ ਹਨ ਕਿ ਜਿਹੜੀ ਮ੍ਰਿਤੂ ਹੈ ਨਾ, ਮ੍ਰਿਤੂ ਦੇ ਵਿੱਚੋਂ ਉਪਜਿਆ ਗਿਆਨ ਹੀ ਤਤ ਗਿਆਨੀ ਦਾ ਗਿਆਨ ਹੁੰਦਾ ਹੈ। ਹੁਣ ਕਈ ਵਾਰੀ ਜੀਵਨ 'ਚ ਕਈ ਬੰਦੇ ਬੜੇ ਗੰਭੀਰ ਸੁਰ ਦੇ ਮਿਲਦੇ ਨੇ ਹਰੇਕ ਕਰਮ ਨੂੰ, ਤਾਂ ਉਹ ਤਾਂ ਮਿਲਦੇ ਨੇ ਕਿ ਉਹਨਾਂ ਨੇ ਉਸ ਅਹਿਸਾਸ ਨੂੰ ਬੜੀ ਗਹਿਰਾਈ ਦੇ ਨਾਲ ਦੇਖਿਆ ਹੋਇਆ ਹੈ। ਹੁਣ ਭਗਤ ਅੱਠੇ ਪੈਰ ਬੰਦਗੀ ਕਿਉਂ ਕਰ ਲੈਂਦਾ, ਅਸੀਂ ਕਿਉਂ ਨਹੀਂ ਕਰ ਲੈਂਦੇ? ਸਾਡੇ ਕੋਲ ਵੀ ਇੰਨਾ ਸਮਾਂ ਹੈ। ਕਾਰਨ ਕੀ ਹੈ ਕਿ ਉਹਨੇ ਨਾਸ਼ਵਾਨਤਾ ਦਾ ਪੂਰਾ ਭਾਵ ਆਪਣੇ ਅੰਦਰ ਉਤਾਰ ਲਿਆ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਆਪਣੀ ਪਈ, ਪਰ ਵੱਡੀ ਗੱਲ ਹੈ ਦੁਨੀਆਦਾਰ ਦੀ ਵੱਲ ਭੱਜਣ ਦੀ ਦੌੜ ਤਾਂ ਬਣੀ ਰਹਿੰਦੀ ਹੈ, ਮੈਂ ਆਪਣੀ ਪਈ ਇਹਦੀ ਕੋਈ ਬਾਤ ਨਹੀਂ ਜਾਣਦਾ। ਕਦੇ ਜੀਵਨ ਦੇ ਵਿੱਚ ਕਈ ਵਾਰੀ ਆਉਂਦਾ, ਜਿਵੇਂ ਮੈਂ ਆਪਣੇ ਨੁਕਤੇ ਤੋਂ ਕਈ ਦਫਾ ਦੇਖਦਾ ਰਿਹਾ, ਬੜੀ ਸੁੰਦਰ ਡੀਲ ਡੌਲ ਵਾਲੇ ਬੰਦੇ ਜਲਦੇ ਦੇਖੇ ਅਤੇ ਇੱਕ ਜਿਹੜਾ ਉਹ ਤੂੰਬਾ ਜਲਦਾ ਅਤੇ ਉਹਦਾ ਕੋਈ ਨਕਸ਼ ਬਾਕੀ ਨਹੀਂ ਰਹਿਣ ਦਿੰਦੀ ਅਗਨ ਜਾਂ ਕਬਰ, ਦੋਵੇਂ ਜਿਹੜਾ ਮਰਜ਼ੀ ਕਰ ਲਊਗਾ। ਤਾਂ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਮੈਂ ਆਪਣੀ ਪਈ ਰੂਪ ਖਰਿਆ, ਹੱਡ ਖਰ ਗਏ, ਬੁੱਧ ਖਰ ਗਈ, ਪਦਾਰਥ ਖਰ ਗਿਆ, ਰਿਹਾ ਤਾਂ ਕੇਵਲ ਮਗਰ ਖਾਕ। ਇਸ ਕਰਕੇ ਖਾਕ ਤੋਂ ਵੀ ਵੱਡਾ ਜਿਹੜਾ ਕੋਈ ਜੀਵਨ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਨੂੰ ਪ੍ਰਾਪਤ ਕਰਨ ਦੀ ਮੇਰੇ ਅੰਦਰ ਤਾਂਘ ਹੈ। ਇਸ ਕਰਕੇ ਮੈਂ ਆਪਣੀ ਪਈ, ਮੈਨੂੰ ਤਾਂ ਆਪਣੇ ਇੱਕ ਕਿਸਮ ਦਾ ਯਤਨ ਹੈ। ਆਪ ਸਵਾਰੇ ਮੈਂ ਮਿਲਹੇ, ਮੈਂ ਮਿਲਿਆ ਸੁਖ ਹੋਏ। ਹੁਣ ਇਹਨਾਂ ਸਲੋਕਾਂ ਦੇ ਅੰਤਰਗਤ ਪਹਿਲੇ ਸ਼ਲੋਕ 'ਚ ਬਾਬਾ ਫਰੀਦ ਸਾਹਿਬ ਜੀ ਨੇ ਚੇਤਨ ਕੀਤਾ ਸੀ ਕਿ ਕਬਰ ਬੁਲਾਉਂਦੀ ਪਈ ਹੈ। ਦੂਜੇ 'ਚ ਜ਼ਿਕਰ ਕੀਤਾ ਕਿ ਜਦੋਂ ਕਬਰ ਦੇ ਵਿੱਚ ਇੰਜ ਦਾ ਮਾਹੌਲ ਦੇਖੀਦਾ ਹੈ ਤਾਂ ਲੋਕ ਤਾਂ ਆਪੋ ਆਪਣਾ ਹਵਾਲਾ ਬਣਾ ਕੇ ਨਿਕਲ ਜਾਂਦੇ ਨੇ, ਪਰ ਕਹਿੰਦੇ ਅਸੀਂ ਉੱਥੋਂ ਗਿਆਨ ਦਾ ਹਵਾਲਾ ਲਿਆ ਕੇ ਅਤੇ ਭਗਤੀ ਕਰਮ ਵੱਲ ਆਪਣਾ ਯਤਨ ਹੋਰ ਵਧਾ ਦਿੰਦੇ ਹਾਂ। ਅਤੇ ਹੁਣ ਜ਼ਿਕਰ ਕਰਦੇ ਹਨ ਕਿ ਜਦੋਂ ਮੈਂ ਆਪਣੀ ਪਈ ਦੀ ਚਿੰਤਾ ਵਾਲੇ ਭਗਤੀ ਗਿਆਨ ਦੇ ਕਰਮ ਨਾਲ ਆਪਣੀ ਕਰਮ ਸਾਧਨਾ ਕਰਦੇ ਹਨ ਤਾਂ ਉਹਨਾਂ ਦੇ ਜੀਵਨ 'ਚ ਕੀ ਬਣਦਾ ਹੈ? ਆਖਦੇ ਹਨ ਆਪ ਸਵਾਰੇ। ਆਪ ਸਵਾਰੇ ਦਾ ਭਾਵ ਇਹ, ਜਿਵੇਂ ਇੱਕ ਪ੍ਰਮਾਣ ਆਪਦੇ ਸਨਮੁਖ ਪਹਿਲਾਂ ਰੱਖਦਿਆਂ, ਕਿਸੇ ਨਗਰ ਦੇ ਵਿੱਚ ਕੋਈ ਬੰਦਾ ਕੂਚ ਕਰ ਗਿਆ ਅਤੇ ਕੋਈ ਮਹਾਤਮਾ ਉਸੇ ਨਗਰ ਵਿੱਚ ਰਹਿੰਦੇ ਸਨ। ਤਾਂ ਉਹ ਆਪਣੇ ਇੱਕ ਚੇਲੇ ਨੂੰ ਕਹਿਣ ਲੱਗੇ ਜਾ ਕਬਰ ਦੇ ਵਿੱਚ ਜਾ, ਸ਼ਮਸ਼ਾਨ ਘਾਟ ਵਿੱਚ ਜਾ ਕੇ ਪਤਾ ਕਰਕੇ ਉਹ ਬੰਦਾ ਜੀਵਨ ਦੀ ਬਾਜੀ ਹਾਰ ਗਿਆ ਕਿ ਜਿੱਤ ਗਿਆ। ਉਹ ਕਹਿੰਦਾ ਮੈਨੂੰ ਕਿਵੇਂ ਪਤਾ ਲੱਗੇਗਾ? ਕਹਿਣ ਲੱਗਾ ਬਸ ਜਿਹੜੇ ਉੱਥੇ ਗੱਲਾਂ ਕਰ ਰਹੇ ਹੋਣਗੇ ਨੇੜੇ ਹੋ ਕੇ ਸੁਣੀ ਜਾਈ। ਕਹਿੰਦਾ ਜੀ ਠੀਕ ਹੈ। ਚਲਾ ਗਿਆ, ਆ ਗਿਆ ਵਾਪਸ, ਆ ਕੇ ਉਹਨਾਂ ਨੂੰ ਸਾਰੀਆਂ ਗੱਲਾਂ ਦੱਸੀਆਂ। ਕਹਿਣ ਲੱਗਾ ਜੀ ਜਦੋਂ ਸਾਰੀਆਂ ਮਹਾਤਮਾ ਨੇ ਸੁਣ ਲਿਆ, ਕਹਿੰਦਾ ਹਾਰ ਹੀ ਗਿਆ ਫਿਰ ਬਾਜੀ। ਉਹ ਜਦ ਚੇਲਾ ਕਹਿਣ ਲੱਗਾ ਕਿ ਜੀ ਤੁਸੀਂ ਕਿਵੇਂ ਤੱਤ ਕੱਢਿਆ, ਤੁਹਾਨੂੰ ਕੀ ਪਤਾ ਬਾਜੀ ਹਾਰ ਗਿਆ ਕਿ ਜਿੱਤ ਗਿਆ? ਕਹਿਣ ਲੱਗੇ ਤੇਰਾ ਜ਼ਿਕਰ ਦੱਸਦਾ ਹੈ। ਕਹਿੰਦੇ ਕੀ? ਕਹਿੰਦੇ ਉਹਦੇ ਮਗਰੋਂ ਜ਼ਿਕਰ ਕੀ ਹੋਇਆ ਜੀ? ਉਹਨੇ ਦੌਲਤ ਇੰਨੀ ਬਣਾਈ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਕੋਠੀਆਂ ਨੇ ਉਹਦੀਆਂ। ਉਹਨੇ ਪੈਸਾ ਇਕੱਠਾ ਇੰਨਾ ਕੀਤਾ ਹੈ, ਸਾਰੀਆਂ ਬੈਂਕਾਂ ਦੇ ਮੈਨੇਜਰ ਉਹਦੇ ਘਰ ਸਵੇਰੇ ਹਾਜ਼ਰੀ ਭਰ ਕੇ ਜਾਂਦੇ। ਉਹਨੇ ਜੀਵਨ ਦੇ ਵਿੱਚ ਪਸਾਰਾ ਇੰਨਾ ਕੀਤਾ ਕਿ ਉਹਦੇ ਜਨਾਜ਼ੇ ਮਗਰ 5000 ਬੰਦਾ ਇਕੱਠਾ ਹੋਇਆ। ਬਾਬਾ ਫਰੀਦ ਉਹ ਮਹਾਤਮਾ ਕਹਿਣ ਲੱਗਾ ਕਿ ਉਹਦੇ ਜੀਵਨ ਦੇ ਜਿੰਨੇ ਮਾਇਆ ਵਾਲੇ ਜ਼ਿਕਰ ਨੇ ਇਹ ਦੱਸਦੇ ਪਏ ਨੇ ਕਿ ਜਿੰਨੇ 5000 ਬੰਦਾ ਜਨਾਜ਼ੇ ਮਗਰ ਜਿਹਦੇ ਇਕੱਠਾ ਹੋਇਆ, ਦੇਖੋ ਇਹਨੇ ਦੁਨੀਆ ਲਈ ਕਿੰਨਾ ਸਮਾਂ ਜੀਵਿਆ ਹੋਏਗਾ। ਇਹਨੇ ਕਦੇ ਭਗਤੀ ਕਰਮ ਕੀਤਾ ਹੋਏਗਾ ਜਿਹਦੀ ਇੰਨੀ ਮਾਇਆ ਇਕੱਠੀ ਕੀਤੀ, ਜਿਹਦੀ ਜ਼ਿਕਰ ਕਰ ਰਹੇ ਹਨ
ਕਿ ਮਗਰੋਂ ਉਹਦੀ ਔਲਾਦ ਵੀ ਲੜਦੀ ਰਹੀ, ਗਿਣਤੀ ਨਹੀਂ ਹੋਈ ਪੈਸੇ ਦੀ। ਦੇਖੋ ਇਹਨੇ ਜੀਵਨ ਨੂੰ ਕਿੰਨਾ ਜ਼ਿਆਦਾ ਮਾਇਆ ਦੇ ਨਾਲ ਕੇਂਦਰਿਤ ਜੀਵਿਆ ਹੋਏਗਾ। ਅਤੇ ਇਸ ਕਰਕੇ ਉਹ ਮਹਾਤਮਾ ਕਹਿਣ ਲੱਗੇ ਕਿ ਜਿਹਦੇ ਮਰਨ ਮਗਰੋਂ ਕੇਵਲ ਸੰਸਾਰੀ ਕਿਸਮ ਦਾ ਜ਼ਿਕਰ ਹੋਵੇ, ਸਮਝ ਲਓ ਬੰਦਾ ਜੀਵਨ ਦੀ ਬਾਜੀ ਹਾਰ ਗਿਆ, ਕਿਉਂਕਿ ਸਾਰਾ ਕੰਮ ਤਾਂ ਮਾਇਆ ਦੀ ਤਰਫ ਲਗਾ ਛੱਡਿਆ। ਉੱਥੇ ਕਿਸੇ ਨੇ ਚਰਚਾ ਕੀਤੀ ਕਿ ਨਹੀਂ ਜੀ ਆਹ ਬੰਦਾ ਮਾੜਾ ਮੋਟਾ ਨੇਮੀ ਵੀ ਸੀ, ਉਹ ਥੋੜ੍ਹਾ ਕਦੇ ਕਦਾਈ ਸੰਗਰਾਂਦ 'ਤੇ ਗੁਰਦੁਆਰੇ ਦਿਖ ਪੈਂਦਾ ਸੀ। ਕਹਿੰਦੇ ਇਹ ਗੱਲ ਤਾਂ ਕਿਸੇ ਨੇ ਕੀਤੀ ਨਹੀਂ, ਇਹਦਾ ਮਤਲਬ ਜੀਵਨ ਦੀ ਬਾਜੀ ਹਾਰ ਗਿਆ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਆਪ ਸਵਾਰਹਿ। ਆਪ ਸਵਾਰਹਿ ਦਾ ਮਤਲਬ ਇਹ ਹੈ ਕਿ ਜੀਵਨ ਦੇ ਵਿੱਚ ਹਰੇਕ ਬੰਦੇ ਦੇ ਜੀਵਨ ਸਫ਼ਰ ਦਾ ਇੱਕ ਵੱਖਰਾ ਰਾਹ ਹੈ। ਕਦੇ ਜ਼ਿੰਦਗੀ 'ਚ ਇਹ ਨਾ ਸਮਝ ਲੈਣਾ ਕਿ ਜਿਹੜਾ ਰਾਹ ਇਹਨੇ ਪਕੜਿਆ ਮੈਂ ਵੀ ਇਸੇ ਰਾਹ 'ਤੇ ਚੱਲ ਪਵਾਂ ਅਤੇ ਮੇਰੀ ਗੱਲ ਬਣ ਜਾਏਗੀ। ਗਿਆਨੀ ਦੇ ਲਈ ਗਿਆਨੀ ਦੇ ਲਈ ਉਹ ਵੇਖੋ, ਹੁਣ ਸੰਸਾਰੀ ਬੰਦੇ ਲਈ ਇਹ ਹੁੰਦਾ ਕਿ ਮੇਰੇ ਪਰਿਵਾਰਕ ਜਿਹੜੇ ਹਨ ਬੰਧਨ ਟੁੱਟ ਜਾਣ, ਖਤਮ ਹੋ ਜਾਣ। ਗਿਆਨੀ ਦੇ ਲਈ ਹੁੰਦਾ ਮੇਰੇ ਗਿਆਨ ਦਾ ਅਤੇ ਮੇਰੇ ਗਿਆਨ ਦੀ ਹਉਂ ਦਾ ਬੰਧਨ ਟੁੱਟ ਜਾਏ ਕਿ ਮੈਂ ਇਹਦੇ ਤੋਂ ਵੀ ਮੁਕਤ ਹੋਣਾ, ਭਾਵੇਂ ਉਹਨੇ ਉਹ ਆਮ ਨਾਲੋਂ ਥੋੜ੍ਹਾ ਅੱਗੇ ਆ ਗਿਆ ਹੁੰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਪ ਸਵਾਰਹਿ। ਆਪ ਸਵਾਰਹਿ ਦਾ ਮਤਲਬ ਇਹ ਹੈ। ਹੁਣ ਔਰ ਦੂਜੀ ਗੱਲ, ਜਿਹੜਾ ਮਾਇਆ ਦਾ ਜ਼ਿਕਰ ਹੈ ਨਾ, ਇਹ ਵੱਧ ਤੋਂ ਵੱਧ ਮਹੀਨਾ ਕੀ ਹੁੰਦਾ। ਮੈਂ ਬਹੁਤ ਵੱਡੇ ਧਨਾੜ ਬੰਦੇ ਦਾ ਜ਼ਿਕਰ ਵੀ ਮਹੀਨਾ ਕੀ ਸੁਣਿਆ, ਉਸ ਤੋਂ ਬਾਅਦ ਕਿਸੇ ਨੇ ਗੱਲ ਕੀਤੀ ਨਹੀਂ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਆਪ ਸਵਾਰਹਿ। ਪਰ ਜਿਨ੍ਹਾਂ ਦਾ ਭਗਤੀ ਰੂਪ ਗੁਣ ਹੈ ਨਾ, ਤੁਸੀਂ ਆਪ ਜੀ ਕਦੇ ਜੀਵਨ 'ਚ ਬਾਚ ਲਿਓ, ਬੜਾ ਲੰਮਾ ਸਮਾਂ ਉਹਦਾ ਜ਼ਿਕਰ ਮਿਲਦਾ ਰਹੇਗਾ, ਬੜਾ ਲੰਮਾ ਸਮਾਂ। ਭਗਤ ਕਬੀਰ ਸਾਹਿਬ ਜੀ ਦੇ ਵੇਲੇ ਕਿਹੜਾ ਸ਼ਾਸਕ ਸੀ ਸਾਨੂੰ ਨਹੀਂ ਪਤਾ, ਪਰ ਭਗਤ ਕਬੀਰ ਸਾਹਿਬ ਜੀ ਬਾਰੇ ਪਤਾ। ਬਾਬਾ ਫਰੀਦ ਸਾਹਿਬ ਜੀ ਬਾਰੇ ਕਿਹੜਾ ਹਾਕਮ ਸੀ ਸਾਨੂੰ ਨਹੀਂ ਪਤਾ, ਪਰ ਬਾਬਾ ਫਰੀਦ ਸਾਹਿਬ ਜੀ ਬਾਰੇ ਪਤਾ। ਹੋਰ ਦੁਨੀਆ ਦੇ ਬੇਅੰਤ ਭਗਤ ਜਨ ਹਨ, ਅਧਿਆਤਮਿਕ ਪੁਰਸ਼ ਹਨ, ਸਾਨੂੰ ਉਹਨਾਂ ਦੇ ਰਾਜਕਾਲ ਦੇ ਉਸ ਸਮੇਂ ਦੇ ਜਿਹੜੇ ਵੱਡੇ ਮਾਇਆ ਵਾਲੇ ਬੰਦੇ ਸਨ ਉਹਨਾਂ ਦਾ ਕੁਝ ਨਹੀਂ ਪਤਾ, ਪਰ ਭਗਤੀ ਵਾਲਿਆਂ ਦਾ ਪਤਾ ਹੈ। ਇਸ ਕਰਕੇ ਭਗਤੀ ਜੀਵਤ ਹੁੰਦੀ ਹੈ। ਅਤੇ ਸੂਫੀਆਂ ਨੇ ਕਿਹਾ ਹੋਇਆ ਕਿ ਫਕੀਰ ਦੀ ਕਬਰ ਜਿਉਂਦੀ ਹੈ। ਉਹਦੀ ਕਬਰ ਜਿਉਂਦੀ ਦਾ ਮਤਲਬ ਇਹ ਹੈ ਕਿ ਇੱਕ ਤਾਂ ਉੱਥੇ ਆਉਂਦੇ ਨੇ ਸ਼ਰਧਾਲੂ ਜਿਹੜੇ ਸ਼ਰਧਾ ਰੱਖ ਕੇ ਆ ਜਾਂਦੇ ਨੇ, ਇੱਕ ਉੱਥੇ ਉਹ ਆਉਂਦੇ ਹਨ ਜਿਨ੍ਹਾਂ ਨੂੰ ਉਸ ਫਕੀਰ ਨੇ ਆਪਣੇ ਜੀਵਨ ਦੇ ਨਾਲ ਸਵਾਰਿਆ ਹੁੰਦਾ ਹੈ। ਇਸ ਕਰਕੇ ਉਹਦੇ ਮਰਨ ਤੋਂ ਬਾਅਦ ਵੀ ਉਹਦਾ ਜੀਵਨ ਜਾਗਰਤ ਰਹਿੰਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਪ ਸਵਾਰਹਿ। ਆਪ ਸਵਾਰਹਿ ਦਾ ਭਾਵ ਇਹ ਹੈ, ਹੁਣ ਮਨੁੱਖ ਨੇ ਕਿਹਾ, ਗੁਰੂ ਸਾਹਿਬ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਆਪ ਸਵਾਰੇ, ਅਤੇ ਮਨੁੱਖ ਜਾਣਨਾ ਚਾਹੇਗਾ ਕਿ ਆਪ ਸਵਾਰਾ ਤਾਂ ਫਿਰ ਬੜਾ ਔਖਾ ਹੈ, ਨਹੀਂ ਗੱਲ ਸਮਝ ਆਉਂਦੀ। ਤਾਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਆਪ ਸਵਾਰਹਿ ਦਾ ਭਾਵ ਇਹ ਹੈ ਕਿ ਜਿੰਨਾ ਜੀਵਨ ਦੇ ਵਿੱਚ ਤਾਣ ਹੈ। ਹੁਣ ਉਦਾਹਰਨ ਦੇ ਤੌਰ 'ਤੇ ਕਈ ਨਾ ਬੰਦੇ ਜ਼ਿਕਰ ਕਰਨਗੇ ਜੀ, ਆ ਕਥਾ ਦੀ ਗਹਿਰਾਈ 'ਚ ਨਾ ਜਾਂ ਕਥਾ ਕੀਰਤਨ 'ਚ ਸਾਡੀ ਇਕਾਗਰਤਾ ਨਹੀਂ ਬਣਦੀ। ਮੈਂ ਸੁਭਾਵਿਕ ਇੱਕ ਸਰਲ ਜਿਹੀ ਗੱਲ ਆਖ ਦਿੰਦਾ ਕਈ ਵਾਰੀ ਕਿ 4 ਘੰਟੇ ਦੀ ਗੱਪਾਂ ਵਿੱਚ ਕਿਵੇਂ ਬਣ ਜਾਂਦੀ ਹੈ। ਉਦੋਂ ਵੀ ਤਾਂ ਇਹੀ ਕੰਨ ਹੁੰਦੇ ਨੇ, ਇਹੀ ਦਿਮਾਗ ਹੁੰਦਾ, ਤਾਂ ਫਿਰ ਉਹ ਅੱਗੇ ਉੱਤਰ ਕੋਈ ਆਏਗਾ ਨਹੀਂ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਪ ਸਵਾਰੇ ਦਾ ਮਤਲਬ ਹੈ ਜੋ ਤੇਰੇ ਜੀਵਨ 'ਚ ਤਾਣ ਹੈ, ਸੋਚਣ ਦਾ, ਸਮਝਣ ਦਾ, ਕਰਨ ਦਾ, ਕਿਸੇ ਚੀਜ਼ ਨੂੰ ਕਮਾਉਣ ਦਾ, ਉਹਨਾਂ ਸਾਰਿਆਂ ਨੂੰ ਸਵਾਰਨ ਦੇ ਨੁਕਤੇ ਤੋਂ ਜਾ। ਹੁਣ ਸਵਾਰਨਾ ਆਪ ਜੀ ਨੂੰ ਪਤਾ ਕੀ ਹੁੰਦਾ ਹੈ। ਸਵਾਰਨ ਦਾ ਮਤਲਬ ਹੈ ਜਿਵੇਂ ਕਿਸੇ ਜਗ੍ਹਾ ਕੂੜਾ ਕਰਕਟ ਖਿਲ ਰਿਹਾ ਹੋਵੇ, ਉਹ ਅੱਖਾਂ ਨੂੰ ਚੰਗਾ ਨਹੀਂ ਲੱਗਦਾ, ਬੈਠਣ ਨੂੰ ਜੀਅ ਨਹੀਂ ਕਰਦਾ, ਪਰ ਕੋਈ ਉੱਥੇ ਸਫਾਈ ਕਰਕੇ ਸਾਰੀਆਂ ਹੀ ਘੱਟਾ ਮਿੱਟੀ ਹਟਾ ਕੇ ਅਤੇ ਕਰ ਦੇਵੇ, ਫਿਰ ਬੈਠਣ ਨੂੰ ਜੀਅ ਕਰਦਾ ਹੈ। ਸਵਾਰਨ ਦਾ ਮਤਲਬ ਇਹ ਹੈ ਕਿ ਕਬਰ ਦੇ ਵਿੱਚ ਤੱਕ ਪਹੁੰਚ ਗਏ ਹਾਂ, ਕਿਸੇ ਸੰਬੰਧੀ ਦੇ ਮਗਰ ਹੀ ਭਾਵੇਂ ਗਏ ਹਾਂ, ਆਪਣੇ ਧੰਦਿਆਂ ਦਾ, ਆਪਣੇ ਵਿਸ਼ਿਆਂ ਵਿਕਾਰਾਂ ਦਾ, ਆਪਣੀ ਭੱਜ ਦੌੜ ਦਾ ਖਿਆਲ ਹੋ ਰਿਹਾ, ਦਾ ਮਤਲਬ ਅਸੀਂ ਅਜੇ ਸਵਰੇ ਹੋਏ ਨਹੀਂ ਹਾਂ। ਕਿਉਂਕਿ ਜੇ ਸਵਰੇ ਹੋਈਏ ਤਾਂ ਸਾਨੂੰ ਉਹੀ ਖਿਆਲ ਆਵੇ ਜਿਹਦੇ ਮਗਰ ਆਏ ਹਾਂ। ਸਾਨੂੰ ਮਾਇਆਵੀ ਸੰਬੰਧੀ ਖਿਆਲ ਕਿਉਂ ਆ ਰਹੇ ਨੇ? ਇਸ ਕਰਕੇ ਮਤਲਬ ਸਾਡੇ ਅੰਦਰ ਖਲਾਰਾ ਪਿਆ ਹੋਇਆ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਪ ਸਵਾਰਹਿ। ਜਿਹੜੀਆਂ ਉੱਪਰਲੀਆਂ ਹਾਲਤਾਂ ਦੱਸੀਆਂ ਨੇ ਉਹ ਤੈਨੂੰ ਆਪਣਾ ਆਪ ਸਵਾਰਨ ਵਿੱਚ ਸਮਝ ਕਰ ਸਕਦੀਆਂ ਨੇ ਕਿ ਉਹ ਭਾਵੇਂ ਕਿੱਡਾ ਵੱਡਾ ਧਨਪਤੀ ਸੀ, ਪਰ ਉਹਦਾ ਜ਼ਿਕਰ ਮਹੀਨਾ ਬਾਅਦ ਵੀ ਨਹੀਂ ਹੋਇਆ। ਇੱਕ ਜਿਹੜਾ ਦੁਨੀਆ ਦਾ ਸਾਰਾ ਤਿਆਗ ਕਰਕੇ ਕੋਈ ਦਰਵੇਸ਼ ਦੁਨੀਆ ਤੋਂ ਗਿਆ, ਉਹਦਾ ਅੱਜ ਵੀ ਲੋਕ ਉਹਦੀ ਪੂਜਾ ਕਰਦੇ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਆਪ ਸਵਾਰੇ ਦੀ ਸਮਝ ਆਉਂਦੀ ਹੈ ਕਿ ਜੀਵਨ ਦੇ ਵਿੱਚ ਉਹਨਾਂ ਸ਼ੁਭ ਗੁਣਾਂ ਦੀ ਕਮਾਈ ਕਰੋ ਜਿਨ੍ਹਾਂ ਨੂੰ ਮੌਤ ਨਹੀਂ ਖਤਮ ਕਰ ਸਕਦੀ। ਧਨ ਜਿਹੜਾ ਹੈ ਉਹਦਾ ਮਾਲਕ ਦੂਜਾ ਬਣ ਜਾਏਗਾ। ਜੀਵਨ ਦੇ ਵਿੱਚ ਜਿੰਨੀ ਪਦਾਰਥਕ ਸੱਤਾ ਕਮਾਈ ਹੈ ਉਹ ਦੂਜੇ ਦੀ ਬਣ ਜਾਏਗੀ। ਇਸ ਕਰਕੇ ਬਾਣੀ 'ਚ ਐਸੇ ਵਾਕ ਵੀ ਆਉਂਦੇ ਹਨ, ਖਸਮ ਮਰੈ ਤਉ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੈ। ਸਾਡਾ ਸਾਰੀ ਜ਼ਿੰਦਗੀ ਮਕਾਨ ਦੇ ਨਾਲ ਮੋਹ ਹੈ,
ਪਰ ਸਾਡੇ ਰੁਖਸਤ ਹੋਣ ਦੇ ਨਾਲ ਮਕਾਨ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨੂੰ ਇੱਕ ਨਵਾਂ ਖਸਮ ਮਿਲ ਰਿਹਾ, ਨਵਾਂ ਮਾਲਕ ਮਿਲ ਰਿਹਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਪ ਸਵਾਰੇ ਦਾ ਮਤਲਬ ਹੈ ਜੋ ਜੀਵਨ 'ਚ ਤਾਣ ਹੈ। ਹੁਣ ਕੁਦਰਤੀ ਹੈ, ਆਪ ਸਵਾਰੇ ਦੇ ਵਿੱਚ ਇਹ ਵੀ ਨੁਕਤਾ ਹੈ, ਤੁਹਾਨੂੰ ਸਵਾਰਨ ਦਾ ਢੰਗ ਦੱਸਿਆ ਜਾ ਸਕਦਾ, ਸਵਾਰਨ ਦੇ ਢੰਗਾਂ ਦੀ ਬਾਰੀਕੀ ਦੱਸੀ ਜਾ ਸਕਦੀ ਹੈ, ਸਵਰੇ ਹੋਏ ਜੀਵਨ ਦੇ ਲੱਛਣ ਦੱਸੇ ਜਾ ਸਕਦੇ ਹਨ, ਸਵਰੇ ਹੋਏ ਜੀਵਨ ਦਾ ਇੱਕ ਜਿੰਦਾ ਅਭਿਆਸ ਦਿਖਾਇਆ ਜਾ ਸਕਦਾ ਕਿ ਜਿਹਦਾ ਜੀਵਨ ਸਵਰਿਆ ਦੇਖ ਲਓ। ਪਰ ਜਿਹੜਾ ਯਤਨ ਹੈ ਉਹ, ਕਿਉਂਕਿ ਤਾਣ ਤੁਹਾਡੇ ਕੋਲ ਹੈ, ਤਾਂ ਤਾਣ ਯਤਨ ਸਾਨੂੰ ਹੀ ਕਰਨਾ ਪਏਗਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਪ ਸਵਾਰ ਰਹੇ। ਇਸ ਕਰਕੇ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਐਸੇ ਵਾਕ ਹਨ ਕਿ ਜਿਹਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਇਸ ਤਰ੍ਹਾਂ ਸੁਚੇਤ ਕਰਦੇ ਨੇ, ਕਹਿੰਦੇ ਆਪ ਸਵਾਰ ਰਹੇ ਮੈਂ ਮਿਲੇ। ਜਦੋਂ ਆਪਣੇ ਜੀਵਨ ਨੂੰ ਸਵਾਰਨ ਦੇ ਲਈ ਧਰਮ ਦੇ ਸ਼ੁਭ ਗੁਣਾਂ ਦੀ ਸਾਧਨਾ ਨਿਰੰਤਰ ਕਰਨੀ ਸ਼ੁਰੂ ਕਰ ਦੇਂਗਾ, ਮੈਂ ਮਿਲਹੇ, ਫਿਰ ਤੇਰਾ ਪਰਮੇਸ਼ਰ ਦੇ ਨਾਲ, ਮੈਂ ਦਾ ਭਾਵ ਤੇਰੇ ਉੱਚੇ ਸਰੂਪ ਨਾਲ ਤੇਰਾ ਮਿਲਾਪ ਹੋਏਗਾ। ਅਤੇ ਜਦੋਂ ਉਸ ਮਿਲ ਸਰੂਪ ਦੇ ਵਿੱਚ ਅਭੇਦ ਹੋ ਗਿਆ, ਫਿਰ ਤੈਨੂੰ ਸੁੱਖ ਹੋਵੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਤੂੰ ਮੇਰਾ ਹੋਏ ਰੇ। ਵੈਸੇ ਉਹਨਾਂ ਨੇ ਇਹ ਵਾਕ ਈਸ਼ਵਰੀ ਭਾਵ ਦੇ ਵਿੱਚ ਕਿਹਾ, ਭਾਵ ਕਿ ਅਕਾਲ ਪੁਰਖ ਦੀ ਸੱਤਾ ਵਾਂਗ ਕਿਹਾ ਕਿ ਜੇ ਕੋਈ ਆਪਣਾ ਸਵਾਰ ਕੇ ਅਕਾਲ ਪੁਰਖ ਨਾਲ ਮਿਲ ਪਵੇ ਤੇ ਉਹਦੇ ਮਿਲਿਆ ਹੀ ਸੁੱਖ ਹੁੰਦੇ ਨੇ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਭਾਵ ਕਿ ਜਿਨਨੇ ਧਰਮ ਦੇ ਸ਼ੁਭ ਗੁਣਾਂ ਦੀ ਕਮਾਈ ਕਰਕੇ ਅਕਾਲ ਪੁਰਖ ਦੇ ਨਾਲ ਅਭੇਦਤਾ ਪ੍ਰਾਪਤ ਕੀਤੀ ਹੈ, ਫਿਰ ਦੁਨੀਆ ਉਹਦੇ ਮਗਰ ਦੌੜਦੀ ਫਿਰਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਜ਼ਿਕਰ ਕੀਤਾ ਉਹਨਾਂ ਨੇ, ਮੈਂ ਮਿਲਿਆ ਸੁੱਖ ਹੋਏ। ਜਿੰਨਾ ਚਿਰ ਬੰਦਾ ਬੇਗਾਨਗੀ ਦੇ ਵਿੱਚ ਰਹਿੰਦਾ ਹੈ ਉਹਨਾਂ ਚਿਰ ਸੁੱਖ ਨਹੀਂ ਉਪਜਦਾ। ਹੁਣ ਜੀਵਨ ਦੇ ਵਿੱਚ ਕੁਝ ਨਿੱਕੇ ਨਿੱਕੇ ਨੁਕਤੇ ਵਿਚਾਰ ਦੇਵਾਂ ਆਪਦੇ ਸਨਮੁਖ। ਚਿੰਤਾ ਹੈ, ਸਿੱਧਾ ਜਿਹਾ ਕਾਰਨ ਹੈ ਕਿ ਆਪਣੇ ਸਰੂਪ ਦੀ ਏਕਤਾ ਨੂੰ ਛੱਡਿਆ ਹੋਇਆ, ਦਵੈਤ ਵਿੱਚ ਜੀਵਨ ਦੇ ਵਿੱਚ ਵਿਕਾਰਾਂ ਦਾ ਗੁਲਾਮ ਹੈ। ਸਿੱਧਾ ਜਿਹਾ ਕਾਰਨ ਹੈ ਕਿ ਆਪਣੇ ਜੀਵਨ ਦੀ ਪਵਿੱਤਰਤਾ ਨੂੰ ਭੁੱਲਿਆ ਹੋਇਆ ਹੈ। ਜੀਵਨ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਹੈ ਅਸਫਲ ਮੰਨ ਰਿਹਾ ਅਧਿਆਤਮਿਕ ਨੁਕਤੇ ਤੋਂ। ਇਹਦਾ ਮਤਲਬ ਹੈ ਕਿ ਜੀਵਨ ਦੀ ਕਿਸੇ ਅਵਸਥਾ ਦਾ ਭਗਤੀ ਨਾਲ ਪ੍ਰਯੋਗ ਨਹੀਂ ਕੀਤਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸੁੱਖ ਜਿਹੜਾ ਹੈ ਉਹ ਆਪਣੇ ਸਰੂਪ ਦੀ ਅਸਲ ਪਛਾਣ ਨਾਲ ਆਉਣਾ ਹੈ। ਆ ਦੁਨੀਆਦਾਰਾਂ ਵਾਲੀਆਂ ਜਿਹੜੀਆਂ ਪਛਾਣਾਂ ਬਣਾ ਲੈਂਦੇ ਹਨ, ਇਹ ਇੱਕ ਸਮੇਂ ਤੱਕ ਸਕੂਨ ਦਿੰਦੀਆਂ ਨੇ। ਚਾਹੇ ਉਹ ਵੱਡੇ ਡਾਕਟਰ ਬਣ ਜਾਓ, PhD ਕਰ ਲਓ, ਭਾਵੇਂ ਉਹ ਵੱਡੇ ਕਾਰੋਬਾਰੀ ਬਣ ਜਾਓ, ਰਾਜਨੇਤਾ ਬਣ ਜਾਓ, ਉਹ ਇੱਕ ਟਾਈਮ 'ਤੇ ਸਕੂਨ ਦਿੰਦੀਆਂ ਹਨ ਅਤੇ ਜੀਵਨ ਭਰ ਦਾ ਠਹਿਰਾਓ ਵਾਲਾ ਸੁੱਖ ਨਹੀਂ ਪੈਦਾ ਕਰਦੀਆਂ। ਪਰ ਦੂਜੇ ਪਾਸੇ ਜਿਹੜਾ ਆਪਣੇ ਸਰੂਪ ਦੀ ਪਛਾਣ ਕਰਕੇ ਪਵਿੱਤਰ ਹੋਣ ਦਾ ਜਾਂ ਬੰਦਗੀ ਵਾਲੇ ਗੁਣਾਂ ਨੂੰ ਸੰਜੋ ਕੇ ਆਪਣੀ ਸ਼ਖਸੀਅਤ ਵੱਡੀ ਕਰ ਲੈਂਦਾ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਪਰਮੇਸ਼ਰ ਵਾਲਾ ਜੀਵਨ ਜਿਉਣ ਕਰਕੇ ਜੇ ਤੂੰ ਮੇਰਾ ਹੋਏ ਰਹੇ। ਹੋਏ ਰਹੇ ਦਾ ਮਤਲਬ ਹੈ ਕਿ ਜਿਸ ਮਾਲਕ ਨੇ ਇੰਨਾ ਪਵਿੱਤਰ ਜੀਵਨ ਦਿੱਤਾ, ਉਹਦੀ ਪਵਿੱਤਰਤਾ ਨੂੰ ਬਣਾਈ ਰੱਖਣ ਦੇ ਲਈ ਉਹਨੇ ਸ਼ੁਭ ਕਰਮ ਕਰਨੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਤੂੰ ਮੇਰਾ ਹੋਏ ਰਹੇ ਦਾ ਭਾਵ ਇਹ ਹੈ ਕਿ ਜਿਨਨੇ ਤੈਨੂੰ ਤਾਣ ਦਿੱਤਾ ਹੈ, ਇਹ ਤਾਣ ਉਹਦੇ ਲਈ ਹੀ ਅਦਾ ਕਰ। ਕੁਦਰਤੀ ਨਾ, ਮੈਂ ਕਈ ਵਾਰੀ ਦੇਖਿਆ ਸੀ ਬੜੇ ਇਮਾਨਦਾਰ ਵੀ ਆ ਇਸ ਮਸਲੇ 'ਚ। ਸਾਡੇ ਘਰ ਕੋਈ ਆਪਣੀ 10,000 ਰੁਪਈਆ ਰਕਮ ਰੱਖ ਜਾਏ ਨਾ ਅਮਾਨਤ ਦੇ ਤੌਰ 'ਤੇ, ਵੀ 10 ਕੁ ਦਿਨ ਸੰਭਾਲ ਲਿਓ ਅਤੇ 20ਵੇਂ ਦਿਨ ਆ ਕੇ ਲੈ ਜਾਵਾਂਗੇ, 11ਵੇਂ ਦਿਨ, ਤਾਂ ਮੈਨੂੰ ਨਹੀਂ ਲੱਗਦਾ ਕੋਈ 100 ਦੇ ਵਿੱਚੋਂ ਕੋਈ ਹੈ ਲੋਭੀ ਬੰਦਾ ਭਾਵੇਂ ਮਾੜਾ ਮੋਟਾ ਹੇਰ ਫੇਰ ਕਰ ਦਿੰਦਾ ਹੋਵੇ। ਨਹੀਂ ਤਾਂ ਬੜੇ ਨੈਤਿਕ ਜੇ ਬੜੇ ਚੰਗੇ ਬਣ ਕੇ ਦਿਖਾਵਾਂਗੇ। ਜਦੋਂ ਅਗਲਾ ਵਾਪਸ ਲੈਣ ਆਵੇ ਤਾਂ ਪਤਾ ਕੀ ਕਹਿੰਦੇ ਆ ਭਾਈ ਜਿੱਥੇ ਰੱਖੇ ਸੀ ਉੱਥੇ ਪਏ, ਲੈ ਜਾ। ਅਸੀਂ ਤਾਂ ਦੇਖਿਆ ਵੀ ਨਹੀਂ ਕਿ ਕਿੰਨੇ ਨੇ ਜਾਂ ਕਿੰਨੇ ਨਹੀਂ ਨੇ। ਪਰ ਮਾਲਕ ਦੀ ਜਿਹੜੀ ਅਮਾਨਤ ਹੈ ਉਹਦੇ ਵਿੱਚ ਖਿਆਨਤ ਹੀ ਖਿਆਨਤ ਹੈ। ਰੋਜ਼ਾਨਾ ਧਰਮ ਦੁਆਰ ਤੋਂ ਆਵਾਜ਼ ਆਉਂਦੀ ਹੈ ਕਿ ਵੇਲਾ ਹੈ ਇਹਦੀ ਸਾਧਨਾ ਮਾਲਕ ਦੀ ਸਿਫਤ ਸਲਾਹ ਨਾਲ ਕਰੋ। ਕਹਿੰਦੇ ਸਾਨੂੰ ਲੋੜ ਨਹੀਂ ਹੈ। ਦੁਨੀਆਦਾਰੀ ਦੇ ਕਿਸੇ ਬੰਦੇ ਦਾ ਪੈਨ ਡਿੱਗ ਜਾਏ ਨਾ, ਚੁੱਕ ਕੇ ਫੜਾਉਣ ਦਾ ਹਰ ਬੰਦਾ ਹੀ ਸ਼ੁਕਰੀਆ ਅਦਾ ਕਰਦਾ ਹੈ। ਇਤਨੇ ਜ਼ਿਆਦਾ ਅਮੋਲਕ ਪ੍ਰਾਣ ਨੇ, ਕਦੇ ਸਵੇਰੇ ਆਪੋ ਆਪਣੇ ਧਰਮ ਮਸਜਿਦ ਦੁਆਰ ਦੇ ਵਿੱਚ ਖਲੋ ਕੇ ਕਦੇ ਸ਼ੁਕਰਾਨਾ ਨਹੀਂ ਕੀਤਾ ਕਿ ਇੰਨਾ ਅਮੋਲਕ ਜੀਵਨ ਬਣਿਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਤੂੰ ਮੇਰਾ ਹੋਏ ਰੇ, ਜਿਹੜਾ ਪਰਮੇਸ਼ਵਰੀ ਜੀਵਨ ਦੀ ਉਚਾਈ ਵਿੱਚ ਢਲ ਜਾਂਦਾ ਹੈ, ਸਭ ਜਗ ਤੇਰਾ ਹੋਏ, ਕਿ ਜੱਗ ਨੇ ਉਸ ਢੰਗ ਦੇ ਨਾਲ ਜੁੜਨਾ ਹੈ। ਕਿਉਂਕਿ ਜੱਗ ਦਾ ਮਤਲਬ ਹੈ ਕਿ ਇੱਕ ਦੋਹਰੀ ਦੌੜ ਹੈ। ਇੱਕ ਵਾਰੀ ਹੈ ਮਾਇਆ ਦੇ ਮਗਰ ਲੱਗੋ ਅਤੇ ਅਸਫਲ ਰਹਿ ਜਾਓਗੇ। ਪਰ ਦੂਜੇ ਪਾਸੇ ਜਿਹੜਾ ਇਹ ਹੈ, ਹੁਣ ਇੱਕ ਆਪ ਜੀ ਸਾਹਮਣੇ ਪ੍ਰਮਾਣ ਰੱਖਦਾ, ਕਿਸੇ ਨਗਰ ਦੇ ਵਿੱਚ ਨਾ ਲੋਕ ਬਹੁਤ ਜ਼ਮੀਨ ਖੁੱਲ੍ਹੀ ਸੀ। ਉਸ ਨਗਰ ਦੇ ਲੋਕ ਜ਼ਮੀਨ ਵੇਚਣ ਦਾ ਉਹਨਾਂ ਨੇ ਫੰਡਾ ਇਹ ਰੱਖਿਆ ਹੋਇਆ ਸੀ ਕਿ ਉਹ ਇੱਕ ਮੋਟੀ ਰਕਮ ਉਹਨਾਂ ਨਿਸ਼ਚਿਤ ਕੀਤੀ ਹੋਈ ਸੀ ਅਤੇ ਮਾਪਣਾ ਉਹਨਾਂ ਨੇ ਕੀ ਰੱਖਿਆ ਸੀ ਕਿ ਸਵੇਰੇ ਤੁਰਨਾ
ਅਤੇ ਸਾਰਾ ਦਿਨ ਜਿੰਨੀ ਤੁਰ ਕੇ ਜ਼ਮੀਨ ਗਾ ਕੇ ਸ਼ਾਮ ਤੱਕ ਆ ਜਾਏਗਾ ਉਨੀ ਉਹਦੀ। ਉਹਨਾਂ ਨੇ ਫੰਡਾ ਰੱਖਿਆ ਹੋਇਆ ਸੀ ਸਿੱਧਾ ਜਿਹਾ। ਕੋਈ ਬੰਦਾ ਚੱਲ ਗਿਆ ਮਾਇਆਧਾਰੀ ਰੁਚੀਆਂ ਵਾਲਾ, ਉਹਨੇ ਪੈਸੇ ਅਦਾ ਕਰ ਦਿੱਤੇ ਅਤੇ ਕਹਿਣ ਲੱਗੇ ਵੀ ਜਿੰਨੀ ਤੂੰ ਇੱਕ ਦਿਨ ਦੇ ਵਿੱਚ ਦੌੜ ਕੇ ਜਾਂ ਤੁਰ ਕੇ ਕਵਰ ਕਰ ਲਏਗਾ ਅਤੇ ਸ਼ਾਮ ਨੂੰ ਇੱਥੇ ਆਉਣਾ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ। ਜਿੰਨੀ ਕਵਰ ਕਰ ਲਈ ਤੇਰੀ। ਦੁਪਹਿਰ ਤੱਕ ਬੜੇ ਤੇਜ਼ ਕਦਮਾਂ ਨਾਲ ਦੌੜਦਾ ਗਿਆ, ਜਿੰਨੀ ਐਨਰਜੀ ਸੀ ਸਾਰੀ ਖਪਤ ਹੋ ਗਈ, ਪਾਣੀ ਵੀ ਮੁੱਕ ਗਿਆ ਸਾਰਾ। ਬੜੀ ਲੰਬੀ ਦੂਰੀ ਤੱਕ ਦੌੜਦਾ ਗਿਆ। ਜਦੋਂ ਦਿਨ ਦਾ ਇੱਕ ਪਹਿਰ ਬਾਕੀ ਰਹਿ ਗਿਆ ਫਿਰ ਅਕਲ ਆਈ ਕਿ ਨਹੀਂ ਵਾਪਸ ਵੀ ਮੁੜਨਾ ਹੈ। ਵਾਪਸ ਮੁੜਨ ਲੱਗਾ, ਮੁੜਦਾ ਬੜੇ ਯਤਨ ਨਾਲ ਬੜਾ ਔਖਾ ਸੌਖਾ ਹੋ ਕੇ ਆਉਂਦਾ ਗਿਆ। ਜਦੋਂ ਤੱਕ ਉਸ ਕੇਂਦਰ ਤੱਕ ਪਹੁੰਚਣਾ ਸੀ ਉੱਤੋਂ ਕੁਝ ਕਦਮਾਂ ਦੀ ਦੂਰੀ ਰਹਿ ਗਈ, ਪ੍ਰਾਣ ਜਵਾਬ ਦੇ ਗਏ, ਉੱਥੇ ਹੀ ਮਰ ਗਿਆ। ਇਸ ਕਰਕੇ ਭਾਵ ਕੀ ਹੈ ਕਿ ਮਾਇਆ ਦੀ ਦੌੜ ਜੇ ਅਸੀਂ ਸੰਪੂਰਨ ਕਰਨ ਵੀ ਲਈਏ ਤਾਂ ਵੀ ਸਾਨੂੰ ਇਹ ਅਧੂਰੀ ਹੀ ਰਹਿ ਜਾਂਦੀ ਹੈ। ਪਰ ਦੂਜੇ ਪਾਸੇ ਜੇ ਇੱਕ ਵਾਰੀ ਸਾਡੇ ਜੀਵਨ 'ਚ ਬੰਦਗੀ ਦਾ, ਭਗਤੀ ਕਰਮ ਦਾ ਰੰਗ ਲੱਗ ਜਾਵੇ ਅਤੇ ਉਹ ਸਾਡੇ ਜੀਵਨ ਦੀ ਸਫਲਤਾ ਬਣਾ ਦਿੰਦੀ ਹੈ। ਇਸ ਕਰਕੇ ਅਸੀਂ ਸ਼ਲੋਕ 'ਚ ਰੋਜ਼ਾਨਾ ਪੜ੍ਹਦੇ ਹਾਂ ਕਿ ਨੇੜੇ ਕਿ ਦੂਰ, ਕਿ ਜਿਹੜੀ ਚੰਗਿਆਈ ਹੈ ਉਹ ਥੋੜ੍ਹੀ ਵੀ ਸਾਨੂੰ ਕਾਫੀ ਅੱਗੇ ਲਿਜਾ ਜਾਂਦੀ ਹੈ ਅਤੇ ਬੁਰਿਆਈ ਜਿਹੜੀ ਹੈ ਉਹ ਉੱਥੇ ਦਾ ਉੱਥੇ ਹੀ ਰੱਖਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜੇ ਪਰਮੇਸ਼ਵਰੀ ਜੀਵਨ ਵਾਲੇ ਹੋ ਜਾਂਦੇ ਨੇ ਫਿਰ ਜਗਤ ਉਹਨਾਂ ਦੇ ਮਗਰ ਭੱਜਦਾ, ਭਾਵ ਕਿ ਉਹਨਾਂ ਨੂੰ ਵਾਸਨਾ ਜਾਂ ਹੋਰ ਮਗਰ ਤਰਦੱਦ ਨਹੀਂ ਕਰਨਾ ਪੈਂਦਾ। ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ। ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।